ਤੁਹਾਡੇ ਪੇਪਰ ਦੋਨੋਂ ਲਗਾਤਾਰ ਹੈਗੇ ਨੇ ਤੇ ਆਪਾਂ ਥੋੜੀ ਜੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਜਲਦੀ ਹੋ ਸਕੇ ਤੁਹਾਡਾ ਸਿਲੇਬਸ ਪੂਰਾ ਹੋ ਸਕੇ। ਇੱਕ ਵਾਰੀ ਆਪਾਂ ਗੋ ਥਰੂ ਹੋ ਜਾਈਏ ਸਾਰੇ ਦੇ ਵਿੱਚੋਂ। ਇੱਕ ਸਵੇਰੇ ਲੈਕਚਰ ਅਪਲੋਡ ਕੀਤਾ ਸੀਗਾ ਇਸੇ ਕਰਕੇ ਵੀ ਜਿੰਨਾ ਕੁਝ ਲਾਈਵ ਕਲਾਸਿਸ ਵਿੱਚ ਹੋ ਸਕਦਾ ਉਹਨਾਂ ਲਾਈਵ 'ਚ ਕਰਾਂਗੇ। ਥੋੜਾ ਜਿਹੜਾ ਰਹਿ ਜਾਂਦਾ ਹੈ ਜਾਂ ਕੁਝ ਜਿੰਨਾ ਕੁ ਟਾਈਮ ਜਿਸ ਹਿਸਾਬ ਨਾਲ ਟਾਈਮ ਮਿਲਦਾ ਉਹ ਆਪਾਂ ਜਿਹੜੇ ਤੁਹਾਡੇ ਰਿਕਾਰਡਡ ਲੈਕਚਰ ਹੈਗੇ ਨੇ ਉਹਨਾਂ 'ਚ ਵੀ ਅਸੀਂ ਅਪਲੋਡ ਕਰੀ ਜਾਵਾਂਗੇ। ਤਾਂ ਅੱਜ ਆਪਾਂ ਕਰਾਂਗੇ ਇੱਥੇ ਦੇਖੋ 7th ਕੁਐਸਚਨ ਮੈਂ ਅਪਲੋਡ ਕਰ ਦਿੱਤਾ ਸੀ। ਆਪਾਂ ਹੁਣ ਕਰਾਂਗੇ ਤੇ 9th ਕੁਐਸਚਨ ਹੈ। ਜਿਹੜੇ ਤੁਹਾਡੇ ਨੋਟਸ ਨੇ ਉਹਦੇ ਵਿੱਚ 9th ਕੁਐਸਚਨ ਨੇ। तो स्वास्थ्य को प्रभावित करते हैं। तो थोड़ा जा ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਕੁਝ ਹੁੰਦਾ ਹੈ। ਪਹਿਲਾ ਆਪਣੇ ਕੋਲ ਪੁਆਇੰਟ ਹੈ ਹੈਰੀਡਿਟੀ, ਅਨੁਵੰਸ਼ਿਕਤਾ। ਅਨੁਵੰਸ਼ਿਕਤਾ ਦਾ ਮਤਲਬ ਕੀ ਹੈ ਜਾਂ ਹੈਰੀਡਿਟੀ ਦਾ ਕੀ ਮਤਲਬ ਹੈ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹੁੰਦੇ ਨਾ ਕਿ ਦੇਖੋ ਇਸ ਬੱਚੇ ਦਾ ਮੁਹਾਂਦਰਾ ਇਹਦੇ ਮਾਤਾ ਪਿਤਾ ਦੇ ਉੱਤੇ ਹੈ, ਤਾਂ ਉਹ ਚੀਜ਼ਾਂ ਕੀ ਹੁੰਦੀਆਂ ਨੇ? ਉਹ ਚੀਜ਼ਾਂ ਹੁੰਦੀਆਂ ਨੇ ਜੀਨਸ ਜਿਹੜੇ ਹੈਗੇ ਆ ਮਾਤਾ ਪਿਤਾ ਦੇ, ਉਹ ਬੱਚੇ ਦੇ ਵਿੱਚ ਹੁੰਦੇ ਨੇ। ਠੀਕ ਹੈ, ਬੱਚੇ ਦੇ ਵਿੱਚ ਚਲੇ ਜਾਂਦੇ ਨੇ ਉਹ ਜੀਨਸ। ਤਾਂ ਇੱਥੇ ਕੀ ਮਤਲਬ ਹੈ ਇਸ ਚੀਜ਼ ਦਾ? ਸਵਾਸਥ ਨਾਲ ਕਿਵੇਂ ਸੰਬੰਧਿਤ ਹੈ ਚੀਜ਼? ਸਵਾਸਥ ਨਾਲ ਸੰਬੰਧਿਤ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਜਿਹੜੇ ਮਾਤਾ ਪਿਤਾ ਤੰਦਰੁਸਤ ਨੇ ਉਹਨਾਂ ਦੇ ਬੱਚੇ ਵੀ ਕਾਫੀ ਤੰਦਰੁਸਤ ਪੈਦਾ ਹੁੰਦੇ ਨੇ। ਤਾਂ ਇੱਥੇ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਣ ਵਾਲੀ ਜਿਹੜੀ ਗੱਲ ਹੈ ਕਿ ਕਈ ਜਿਵੇਂ ਅੱਜ ਕੱਲ੍ਹ ਮੰਨ ਲਓ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਬੀਪੀ ਔਰ ਸ਼ੂਗਰ ਦੀ ਚੱਲ ਰਹੀ ਹੈ। ਠੀਕ ਹੈ, ਅਗਰ ਕਿਸੇ ਛੋਟੀ ਉਮਰ ਦੇ ਵਿਅਕਤੀ ਨੂੰ ਸ਼ੂਗਰ ਦੀ ਪ੍ਰੋਬਲਮ ਆਉਂਦੀ ਜਾਂ ਬੀਪੀ ਦੀ ਪ੍ਰੋਬਲਮ ਆਉਂਦੀ ਤਾਂ ਸਭ ਤੋਂ ਪਹਿਲਾਂ ਡਾਕਟਰ ਦਾ ਕੁਐਸਚਨ ਹੁੰਦਾ ਕਿ ਕੀ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਕਿਸੇ ਨੂੰ ਸ਼ੂਗਰ ਜਾਂ ਬੀਪੀ ਦੀ ਪ੍ਰੋਬਲਮ ਹੈ? ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹੀ ਹੈ ਕਿ ਕੁਝ ਸਮੱਸਿਆਵਾਂ ਐਸੀਆਂ ਹੁੰਦੀਆਂ ਨੇ, ਕੁਝ ਐਸੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਹੈਰੀਡਿਟੀ ਦੇ ਵਿੱਚ ਆ ਜਾਂਦੀਆਂ ਨੇ, ਮਤਲਬ ਅਨੁਵੰਸ਼ਿਕਤਾ ਦੇ ਤੌਰ ਤੇ ਮਾਪਿਆਂ ਤੋਂ ਉਹਨਾਂ ਦੇ ਬੱਚਿਆਂ ਦੇ ਵਿੱਚ ਪਹੁੰਚ ਜਾਂਦੀਆਂ ਨੇ। ਠੀਕ ਹੈ, ਤੇ ਇਸੇ ਤਰ੍ਹਾਂ ਹੀ ਹਰ ਤਰ੍ਹਾਂ ਦੇ ਗੁਣ ਤੁਹਾਡਾ ਵਿਅਕਤੀਤਵ, ਤੁਹਾਡਾ ਕੱਦ ਕਾਠੀ, ਤੁਹਾਡਾ ਸਰੀਰਕ ਬਣਤਰ ਜਾਂ ਤੁਹਾਡਾ ਚਿਹਰਾ ਮੋਹਰਾ ਜਿਹੜਾ ਹੈ ਉਹ ਕੀ ਹੈ ਕਿ ਉਹ ਤੁਹਾਡੇ ਮਾਤਾ ਪਿਤਾ ਤੋਂ ਤੁਹਾਡੇ ਵਿੱਚ ਪਹੁੰਚਦਾ ਹੈ। ਠੀਕ ਹੈ, ਇਹ ਹੁੰਦੇ ਜੀਨਸ ਦੇ ਥਰੂ ਜਿਹੜਾ ਆਪਣੇ ਗੁਣ ਜਿਹੜੇ ਹੈਗੇ ਨੇ ਮਾਤਾ ਪਿਤਾ ਤੋਂ ਬੱਚਿਆਂ ਦੇ ਵਿੱਚ ਆ ਜਾਂਦੇ ਨੇ। ਤਾਂ ਅਸੀਂ ਇਸ ਚੀਜ਼ ਨੂੰ ਸਮਝਣਾ ਕਿ ਜੇਕਰ ਮਾਤਾ ਪਿਤਾ ਕਮਜ਼ੋਰ ਨੇ, ਮਾਤਾ ਪਿਤਾ ਜਿਹੜੇ ਹੈਗੇ ਨੇ ਬੱਚੇ ਦੇ, ਉਹਨਾਂ ਦੇ ਵਿੱਚ ਕੋਈ ਸਮੱਸਿਆ ਹੈ, ਕੋਈ ਪ੍ਰੋਬਲਮ ਹੈ, ਕੋਈ ਬਿਮਾਰੀ ਹੈ, ਉਹਨਾਂ ਦੇ ਵੰਸ਼ ਦੇ ਵਿੱਚ ਕੋਈ ਬਿਮਾਰੀ ਚੱਲੀ ਆ ਰਹੀ ਹੈ, ਤਾਂ ਗਾਂ ਅਗਲੇ ਆਉਣ ਵਾਲੇ ਬੱਚੇ ਦੇ ਵਿੱਚ ਵੀ ਇਹ ਪ੍ਰੋਬਲਮ ਹੋ ਸਕਦੀ ਹੈ। ਠੀਕ ਹੈ, ਜਿਵੇਂ ਆਪਾਂ ਉਦੋਂ ਗੱਲ ਕੀਤੀ ਸੀਗੀ ਕਿ ਕਈ ਵਿਅਕਤੀਆਂ ਦੇ ਵਿੱਚ ਜਿਹੜਾ ਖੂਨ ਦਾ ਥੱਕਾ ਨਹੀਂ ਜੰਮਦਾ, ਇਹ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਕਈ ਪਰਿਵਾਰਾਂ ਦੇ ਵਿੱਚ। ਉਹਨਾਂ ਦੇ ਕੀ ਆ, ਇਹ ਅਨੁਵੰਸ਼ਿਕਤਾ ਦੇ ਵਿੱਚ ਚੱਲੀ ਜਾਂਦੀ ਪ੍ਰੋਬਲਮ। ਇਹ ਇੱਕ ਉਹਨਾਂ ਦੀ ਹੈਰੀਡਿਟੀ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਿ ਪਰਿਵਾਰ ਦੇ ਵਿੱਚ ਹੀ ਇਸ ਤਰ੍ਹਾਂ ਦੇ ਮਤਲਬ ਇੱਕ ਲੜੀ ਚੱਲ ਪੈਂਦੀ ਹੈ ਕਿ ਜੇ ਮਾਤਾ ਦੇ ਵਿੱਚ ਇਹ ਪ੍ਰੋਬਲਮ ਹੈ ਕਿਸੇ ਦੇ ਵਿੱਚ ਵੀ, ਉਹਨਾਂ ਦੇ ਖੂਨ ਦਾ ਥੱਕਾ ਨਹੀਂ ਜੰਮਦਾ, ਮਤਲਬ ਕਲੌਟਿੰਗ ਨਹੀਂ ਹੁੰਦੀ। ਮੰਨ ਲਓ ਕਿਤੇ ਸੱਟ ਲੱਗ ਗਈ ਜਾਂ ਚੋਟ ਲੱਗ ਗਈ, ਮਾੜਾ ਮੋਟਾ ਕਿਤੇ ਕੱਟ ਲੱਗ ਗਿਆ, ਤੁਹਾਡੇ ਖੂਨ ਵਗਣ ਲੱਗ ਪੈਂਦਾ ਹੈ। ਔਰ ਕੁਝ ਸਮੇਂ ਬਾਅਦ ਜੋ ਵੱਡੀ ਸੱਟ ਨਹੀਂ ਹੈ ਤਾਂ ਕੁਝ ਸਮੇਂ ਬਾਅਦ ਕੀ ਹੁੰਦਾ ਕਿ ਖੂਨ ਆਪਣੇ ਆਪ ਉੱਥੇ ਜੰਮ ਜਾਂਦਾ ਹੈ। ਉੱਤੇ ਜਿੱਥੇ ਤੁਹਾਡੇ ਉਹ ਸੱਟ ਲੱਗੀ ਹੁੰਦੀ ਉੱਥੇ ਖੂਨ ਜੰਮ ਜਾਂਦਾ ਹੈ। ਉਹਦੇ ਨਾਲ ਕੀ ਹੁੰਦਾ, ਉਹ ਖੂਨ ਦਾ ਥੱਕਾ ਜਿਹਾ ਬਣ ਜਾਂਦਾ, ਕਿ ਕਲੌਟ ਬਣ ਜਾਂਦਾ। ਉਹਦੇ ਨਾਲ ਕੀ ਹੁੰਦਾ, ਖੂਨ ਰੁਕ ਜਾਂਦਾ ਹੈ। ਇਹ ਸਾਡੇ ਸਰੀਰ ਦੇ ਵਿੱਚ ਵਿਟਾਮਿਨ ਕੇ ਹੁੰਦਾ ਹੈ ਜਿਹਦੇ ਕਰਕੇ ਇਹ ਸੰਭਵ ਹੋ ਪਾਉਂਦਾ ਹੈ। ਤਾਂ ਦੇਖੋ ਜੇ ਕੁਝ ਪਰਿਵਾਰ ਜਿਹੜੇ ਐਸੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਜਨਮਜਾਤ ਪ੍ਰੋਬਲਮ ਆ ਜਾਂਦੀ ਹੈ ਤਾਂ ਉਹਨਾਂ ਦੇ ਗਾਂ ਬੱਚਿਆਂ ਦੇ ਵਿੱਚ ਵੀ ਇਹ ਪ੍ਰੋਬਲਮ ਰਹਿੰਦੀ ਹੈ। ਇਸ ਪ੍ਰੋਬਲਮ ਨੂੰ ਕਹਿੰਦੇ ਹੀਮੋਫੀਲੀਆ। ਠੀਕ ਹੈ, ਇਹ ਵੰਸ਼ਾਨੁਗਤ ਕਹਿੰਦੇ ਇਹਨੂੰ। ਵੰਸ਼ਾਨੁਗਤ ਮਤਲਬ ਹੈਰੀਡਿਟੀ ਦੀ ਪ੍ਰੋਬਲਮ ਹੈ, ਅਨੁਵੰਸ਼ਿਕਤਾ ਦੀ ਪ੍ਰੋਬਲਮ ਹੈ। ਤੇ ਇਹ ਤੁਸੀਂ ਪੁਆਇੰਟ ਧਿਆਨ ਦੇ ਵਿੱਚ ਰੱਖਣਾ ਹੈ ਕਿ ਅਨੁਵੰਸ਼ਿਕਤਾ ਕਿਵੇਂ ਪ੍ਰਭਾਵ ਪਾਉਂਦੀ ਹੈ ਕਿ ਜੇ ਮਾਤਾ ਪਿਤਾ ਸਿਹਤਮੰਦ ਨੇ ਤਾਂ ਉਹਨਾਂ ਦੇ ਬੱਚੇ ਵੀ ਸਿਹਤਮੰਦ ਪੈਦਾ ਹੁੰਦੇ ਨੇ।
आम तौर पे, ठीक है, कोई अपवाद हो सकता है पर आम तौर पे। और अगर ਕਿਸੇ ਮਾਤਾ ਪਿਤਾ ਦੇ ਵਿੱਚ ਕੋਈ ਦਿੱਕਤ ਹੈ, ਕੋਈ ਪ੍ਰੋਬਲਮ ਹੈ, ਕੋਈ ਬਿਮਾਰੀ ਉਹਨਾਂ ਦੇ ਵੰਸ਼ ਦੇ ਵਿੱਚ ਚੱਲੀ ਆ ਰਹੀ ਹੈ, ਤੇ ਇਹ ਕਾਫੀ ਹੱਦ ਤੱਕ ਸੰਭਾਵਨਾ ਹੁੰਦੀ ਹੈ ਕਿ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਉਹ ਪ੍ਰੋਬਲਮ ਰਵੇ। ਠੀਕ ਹੈ ਜੀ, ਆਪਣਾ ਪਹਿਲਾ ਪੁਆਇੰਟ ਸੀ ਅਨੁਵੰਸ਼ਿਕਤਾ, ਜੋ ਬੱਚੇ ਦੇ ਸਵਾਸਥ ਤੇ ਪ੍ਰਭਾਵ ਪਾਉਂਦੀ ਹੈ। ਦੂਸਰੀ ਹੈ पर्यावरण, एनवायरमेंट। एनवायरमेंट किਵੇਂ प्रभाव पाਉਂਦਾ? मनुष्य के जीवन से जुड़े पर्यावरण को दो भागों में बांटा जा सकता है, आंतरिक और बाह्य पर्यावरण। आंतरिक पर्यावरण का संबंध शरीर की प्रत्येक कोशिका, प्रत्येक अंग, प्रत्येक तंत्र तथा उनके सह अस्तित्व के अतिरिक्त उनके द्वारा की जाने वाली यांत्रिक एवं जैव रासायनिक क्रियाओं के बीच संतुलन और समावस्था से है। इन सारी रचनाओं के द्वारा की जाने वाली विविध क्रियाओं ही व्यक्ति के स्वास्थ्य का निर्माण करती हैं। बाह्य वातावरण का संबंध उन सभी बाह्य वस्तुओं परिस्थितियों से होता है जो जन्म उपरांत जुड़ जाती हैं अथवा प्राणी जिनसे सदा घिरा रहता है। बाह्य पर्यावरण को भौतिक, जैविक एवं मनोसामाजिक श्रेणी में विभक्त किया जाता है। तो देखो, ਇੰਨੀ ਟਫ ਲੈਂਗੁਏਜ ਦੀ ਵਿੱਚ ਆਪਾਂ ਨੂੰ ਲੋੜ ਨਹੀਂ ਹੈ। ਤੁਸੀਂ ਕੀ ਸਮਝਣਾ ਹੈ এনवायरमेंट ਕਿਵੇਂ ਪ੍ਰਭਾਵ ਪਾਉਂਦਾ ਹੈ? ਆਪਾਂ ਮੁੱਖ ਤੌਰ ਤੇ ਜਿਹੜੀ ਮੇਨ ਆਪਣੀ ਗੱਲ ਸਮਝਣ ਵਾਲੀ ਹੈ, ਇਹਨਾਂ ਨੇ ਦਿੱਤਾ ਦੋ ਤਰ੍ਹਾਂ ਦੇ ਵਾਤਾਵਰਣ ਦੱਸ ਦਿੱਤੇ, ਇੱਕ ਆਂਤਰਿਕ, ਇੱਕ ਬਾਹਯ। ਆਂਤਰਿਕ ਦਾ ਮਤਲਬ ਅੰਦਰੂਨੀ। ਅੰਦਰੂਨੀ ਨੂੰ ਆਪਾਂ ਕਿਵੇਂ ਸਮਝੀਏ ਕਿ ਜੇ ਸਾਡੇ ਸਰੀਰ ਦੇ ਵਿੱਚ, ਜੇ ਸਾਡੇ ਸਰੀਰ ਦੇ ਸਾਰੇ ਜਿਹੜੇ ਅੰਗ ਹੈਗੇ ਨੇ, ਇੰਟਰਨਲ ਜਿਹੜੇ ਪਾਰਟਸ ਨੇ ਸਾਡੇ ਸਰੀਰ ਦੇ, ਉਹ ਵਧੀਆ ਕੰਮ ਕਰ ਰਹੇ ਨੇ, ਤਾਂ ਸਾਡੇ ਸਰੀਰ ਦਾ ਸਟਰਕਚਰ ਵਧੀਆ ਰਹੇਗਾ, ਸਾਨੂੰ ਬਿਮਾਰੀਆਂ ਘੱਟ ਲੱਗਣਗੀਆਂ, ਸਾਡੇ ਢਾਂਚਾ ਜਿਹੜਾ ਬਿਲਕੁਲ ਸਹੀ ਰਹੇਗਾ, ਸਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ, ਤਾਂ ਸਾਡੀ ਸਿਹਤ ਆਪਣੇ ਆਪ ਸਹੀ ਹੋਏਗੀ ਜੇ ਸਾਡੇ ਸਾਰੇ ਅੰਗ ਔਰਗਨ ਜਿਹੜੇ ਹੈਗੇ ਸਹੀ ਕੰਮ ਕਰ ਰਹੇ ਨੇ। ਠੀਕ ਹੈ, ਤੁਸੀਂ ਇਸ ਤਰ੍ਹਾਂ ਹੀ ਲਿਖਣਾ ਹੈ, ਇਸ ਤਰ੍ਹਾਂ ਬਣਾ ਕੇ ਲਿਖਣਾ ਹੈ, ਆਪਾਂ ਨੂੰ ਕੋਈ ਔਖੀ ਲੈਂਗੁਏਜ ਵਰਤਣ ਦੀ ਲੋੜ ਨਹੀਂ ਹੈਗੀ। ਠੀਕ ਹੈ, ਜਿਹੜੇ ਸਾਰੇ ਅੰਗ ਨੇ ਸਾਡੇ, ਜਿਵੇਂ ਆਪਣਾ ਨੱਕ ਹੈ, ਨੱਕ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਵਾਸ ਨਲੀ ਦੀ ਗੱਲ ਕਰਦੇ ਹਾਂ, ਫਿਰ ਅਸੀਂ ਫੇਫੜਿਆਂ ਦੀ ਗੱਲ ਕਰਦੇ ਹਾਂ, ਇੱਕ ਸਾਹ ਪ੍ਰਣਾਲੀ ਦੇ ਅੰਗ ਨੇ। ਜੇ ਸਾਡੇ ਫੇਫੜੇ ਸਹੀ ਨੇ, ਜਿਹੜੇ ਸਾਡੀ ਸਾਹ ਨਲੀ ਜਿਹੜੀ ਹੈਗੀ ਬਿਲਕੁਲ ਸਹੀ ਹੈਗੀ ਆ, ਸਾਡੇ ਨੋਜ਼ ਵਿੱਚ ਕੋਈ ਪ੍ਰੋਬਲਮ ਨਹੀਂ, ਸਾਡੀ ਕੋਈ ਹੱਡੀ ਨਹੀਂ ਵਧੀ ਨੱਕ ਦੀ, ਤਾਂ ਉਹਦੇ ਨਾਲ ਕੀ ਹੋਏਗਾ, ਸਾਨੂੰ ਸਾਹ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ। ਅਗਰ ਸਾਡੇ ਕੋਈ ਵੀ ਇਹਨਾਂ ਵਿੱਚੋਂ ਕੋਈ ਇੱਕ ਅੰਗ ਜਿਹੜਾ ਡਿਫੈਕਟਡ ਹੈ, ਕੋਈ ਪ੍ਰੋਬਲਮ ਹੈ ਉਹਦੇ ਵਿੱਚ, ਤਾਂ ਸਾਨੂੰ ਸਾਹ ਲੈਣ ਦੇ ਵਿੱਚ ਦਿੱਕਤ ਮਹਿਸੂਸ ਹੋਏਗੀ। ਤਾਂ ਇਸ ਤੋਂ ਬਾਅਦ ਦੂਸਰਾ ਹੈਗਾ ਬਾਹਯ ਵਾਤਾਵਰਨ। ਬਾਹਯ ਵਾਤਾਵਰਨ ਦਾ ਮਤਲਬ ਕੀ ਹੈਗਾ? ਦੇਖੋ, ਬਾਹਯ ਵਾਤਾਵਰਨ ਦਾ ਮਤਲਬ ਜਿਹੜੇ ਸਮਾਜ ਦੇ ਵਿੱਚ ਜਿਹੋ ਜਿਹੇ ਮਾਹੌਲ ਦੇ ਵਿੱਚ ਆਪਾਂ ਰਹਿੰਦੇ ਆ, ਅਸੀਂ ਕੁਝ ਲੋਕ ਜਿਹੜੇ ਰਾਜਸਥਾਨ ਦੇ ਵਿੱਚ ਰਹਿੰਦੇ ਆ, ਕੁਝ ਲੋਕ ਜਿਹੜੇ ਹੈਗੇ ਆ ਉੱਪਰ ਜੰਮੂ ਕਸ਼ਮੀਰ ਦੇ ਵਿੱਚ ਰਹਿੰਦੇ ਨੇ, ਕੁਝ ਲੋਕ ਹਮੇਸ਼ਾ ਬਰਫ਼ ਵਿੱਚ ਘਿਰੇ ਰਹਿੰਦੇ ਨੇ, ਕੁਝ ਲੋਕ ਹਮੇਸ਼ਾ ਜਿਹੜੇ ਹੈਗੇ ਆ ਉਹ ਗਰਮੀ ਨਾਲ ਘਿਰੇ ਰਹਿੰਦੇ ਨੇ, ਕੁਝ ਸਮੁੰਦਰ ਦੇ ਕਿਨਾਰੇ ਰਹਿੰਦੇ ਨੇ। ਹਰੇਕ ਜਲਵਾਯੂ, ਹਰੇਕ ਜਗ੍ਹਾ ਦਾ ਵਾਤਾਵਰਨ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਹੈ, ਤਾਂ ਉਹ ਅਲੱਗ-ਅਲੱਗ ਤਰ੍ਹਾਂ ਦਾ ਵਾਤਾਵਰਨ ਤੁਹਾਡੀ ਸਿਹਤ ਦੇ ਉੱਤੇ ਪ੍ਰਭਾਵ ਪਾਉਂਦਾ ਹੈ। ਉਸੇ ਤਰ੍ਹਾਂ ਜਿਵੇਂ ਅਸੀਂ ਗੱਲ ਕਰਦੇ ਕਿ ਹੁਣ ਜਿਵੇਂ ਮੌਸਮ ਚੇਂਜ ਹੋ ਰਿਹਾ, ਠੀਕ ਹੈ, ਕਦੇ ਬਾਰਿਸ਼ ਹੋ ਗਈ, ਕਦੇ ਇੱਕਦਮ ਧੁੱਪ ਨਿਕਲ ਆਉਂਦੀ, ਤਾਂ ਉਹੋ ਜਿਹੇ ਮੌਸਮ ਦੇ ਵਿੱਚ ਕੀ ਹੁੰਦਾ ਕਿ ਜਾਂ ਤੁਸੀਂ ਏਸੀ ਦੇ ਵਿੱਚ ਬੈਠੇ ਹੋ ਔਰ ਉਸ ਤੇ ਇੱਕਦਮ ਬਾਹਰ ਜਾਂਦੇ ਹੋ, ਉਹਦੇ ਨਾਲ ਕੀ ਹੁੰਦਾ, ਵਾਤਾਵਰਨ ਚੇਂਜ ਹੁੰਦਾ, ਉਹ ਤੁਹਾਡੇ ਸਰੀਰ ਤੇ ਆਪਣੇ ਆਪ ਅਸਰ ਪਾਏਗਾ ਹੀ ਪਾਏਗਾ। ਅਸੀਂ ਕਹਿੰਦੇ ਨੇ ਗਰਮੀ ਸਰਦੀ ਹੋ ਗਈ, ਗਰਮ ਸਰਦ ਹੋਣ ਦਾ ਮਤਲਬ ਕਿ ਅਸੀਂ ਇੱਕਦਮ ਠੰਡ ਦੇ ਵਿੱਚੋਂ ਇੱਕਦਮ ਗਰਮੀ ਵਿੱਚ ਜਾਂਦੇ ਹਾਂ, ਜਾਂ ਇੱਕਦਮ ਗਰਮੀ ਚੋਂ ਆ ਕੇ ਤੇ ਠੰਡਾ ਪਾਣੀ ਪੀ ਲਿਆ, ਜਾਂ ਇੱਕਦਮ ਕਿਸੇ ਐਸੇ ਕਮਰੇ ਦੇ ਵਿੱਚ ਚਲੇ ਗਏ ਜਿੱਥੇ ਜ਼ਿਆਦਾ ਠੰਡ ਹੈ। ਤਾਂ ਇਹ ਬਾਹਯ ਵਾਤਾਵਰਨ ਹੈ ਜਿਹੜਾ ਸਾਡੀ ਸਿਹਤ ਦੇ ਉੱਤੇ ਅਸਰ ਪਾਉਂਦਾ ਹੈ। ਠੀਕ ਹੈ ਜੀ, ਤੁਸੀਂ ਇਹਨੂੰ ਇਵੇਂ ਇਹੋ ਜਿਹੀ ਭਾਸ਼ਾ ਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਪਏ, ਤੁਸੀਂ ਇਹੋ ਜਿਹੀ ਲੈਂਗੁਏਜ ਦੇ ਵਿੱਚ ਬਣਾ ਕੇ ਇਹਨੂੰ ਲਿਖ ਸਕਦੇ ਹੋ, ਇੰਨਾ ਜ਼ਿਆਦਾ ਆਪਾਂ ਨੂੰ ਔਖਾ ਲਿਖਣ ਦੀ ਲੋੜ ਨਹੀਂ ਹੈ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅਗਲੇ ਪੁਆਇੰਟ ਦੀ। ਅਗਲਾ ਹੈ ਜੀਵਨ ਸ਼ੈਲੀ। ਜੀਵਨ ਸ਼ੈਲੀ ਤੁਹਾਡੀ ਸਿਹਤ ਦੇ ਉੱਤੇ ਕਿਵੇਂ ਪ੍ਰਭਾਵ ਪਾਉਂਦੀ ਹੈ? ਦੇਖੋ, ਜੀਵਨ ਸ਼ੈਲੀ ਦਾ ਸਾਡਾ ਸਿੱਧਾ ਸੰਬੰਧ ਤੁਸੀਂ ਇਹਨੂੰ ਜੋੜਨਾ ਹੈ ਖਾਣ ਪੀਣ ਦੇ ਨਾਲ, ਜੀਵਨ ਸ਼ੈਲੀ ਦੇ ਵਿੱਚ ਜਾਂ ਤੁਹਾਡੇ ਰਹਿਣ ਸਹਿਣ ਦੇ ਵਿੱਚ। ਅਗਰ ਸਾਡਾ ਜਿਹੜਾ ਖਾਣ ਪੀਣ ਹੈ ਉਹ ਸਹੀ ਨਹੀਂ ਹੈ, ਪੋਸ਼ਕ ਤੱਤਵ ਅਸੀਂ ਘੱਟ ਖਾਂਦੇ ਹਾਂ, ਜਾਂ ਸਾਡਾ ਫਾਸਟ ਫੂਡ ਤੇ ਜ਼ਿਆਦਾ ਧਿਆਨ ਹੈ, ਜਾਂ ਅਸੀਂ ਬਾਹਰੀ ਵਸਤੂਆਂ ਜ਼ਿਆਦਾ ਖਾਂਦੇ ਨੇ, ਸਾਡੇ ਬੈਠਣ ਉੱਠਣ ਦਾ ਤਰੀਕਾ ਕੀ ਹੈ, ਅਸੀਂ ਕੀ ਆਪਦੇ ਸਿਹਤ ਵੱਲ ਧਿਆਨ ਦੇ ਰਹੇ ਜਾਂ ਨਹੀਂ ਦੇ ਰਹੇ, ਕਿ ਅਸੀਂ ਸਮੇਂ ਤੇ ਖਾਣਾ ਖਾ ਰਹੇ ਹਾਂ ਕਿ ਨਹੀਂ ਖਾ ਰਹੇ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਜੀਵਨ ਸ਼ੈਲੀ ਦੇ ਵਿੱਚ ਆ ਜਾਂਦੀਆਂ ਨੇ। ਤੁਹਾਡੇ ਉੱਠਣ ਦਾ ਟਾਈਮ ਕੀ ਹੈ, ਠੀਕ ਹੈ, ਤੁਹਾਡੇ ਸੌਣ ਦਾ ਟਾਈਮ ਕੀ ਹੈ। ਹੈਲੋ, ਆਵਾਜ਼ ਕਲੀਅਰ ਆ ਰਿਹਾ ਸਰ ਹੁਣ? ਓਕੇ 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 ਓਕੇ, ਹਾਂ, ਜੀਵਨ ਸ਼ੈਲੀ ਦੀ ਗੱਲ ਕਰ ਰਹੇ ਹਾਂ। ਦੇਖੋ, ਅਗਰ ਇਹੋ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਦੇਖੋ ਜੇ ਅਸੀਂ ਜਿਵੇਂ ਅਸੀਂ ਪਹਿਲਾਂ ਪਿਛਲੇ ਲੈਕਚਰ ਵਿੱਚ ਗੱਲ ਕੀਤੀ ਸੀਗੀ ਕਿ ਜੇ ਅਸੀਂ ਜ਼ਿਆਦਾ ਖਾਵਾਂਗੇ ਤਾਂ ਉਹ ਕੀ ਹੋ ਜਾਏਗਾ, ਅਤੀ ਪੋਸ਼ਣ ਹੋ ਜਾਏਗਾ।
ਅਤੀ ਪੋਸ਼ਣ ਕੀ ਕਰੇਗਾ? ਸਾਡੇ ਸਰੀਰ ਨੂੰ ਮੋਟਾਪੇ ਦੇ ਵੱਲ ਲੈ ਜਾਵੇਗਾ। ਮੋਟਾਪੇ ਦੇ ਨਾਲ ਜਦੋਂ ਇੱਕ ਵਾਰੀ ਮੋਟਾਪਾ ਹੋਣਾ ਸ਼ੁਰੂ ਹੋ ਗਿਆ, ਉਹਦੇ ਨਾਲ ਹੋਰ ਤੁਹਾਡਾ ਹਾਰਟ ਪ੍ਰੋਬਲਮ ਸ਼ੁਰੂ ਹੋ ਜਾਣੀਆਂ, ਤੁਹਾਨੂੰ ਫੇਫੜੇ ਦੀਆਂ ਪ੍ਰੋਬਲਮ ਸ਼ੁਰੂ ਹੋ ਜਾਣਗੀਆਂ, ਸਾਹ ਚੜਨ ਲੱਗ ਜਾਏਗਾ, ਠੀਕ ਆ, ਤੁਰਨ ਵਿੱਚ ਦਿੱਕਤ ਮਹਿਸੂਸ ਹੋਏਗੀ, ਤੇ ਆਪਣੇ ਆਪ ਹੀ ਕੀ ਹੋ ਗਿਆ? ਤੁਹਾਡੀ ਸਿਹਤ ਦੇ ਉੱਤੇ ਅਸਰ ਹੋ ਗਿਆ। ਅਗਰ ਤੁਹਾਡੀ ਜੀਵਨ ਸ਼ੈਲੀ ਬੜੀ ਵਧੀਆ ਹੈ, ਤੁਸੀਂ ਟਾਈਮ ਤੇ ਉੱਠਦੇ ਹੋ, ਸੈਰ ਵਗੈਰਾ ਕਰਦੇ ਹੋ, ਜਾਂ ਜੋ ਵੀ ਤੁਸੀਂ ਆਪਦੇ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਕਰ ਸਕਦੇ ਹੋ ਕਰਦੇ ਹੋ, ਤਾਂ ਤੁਹਾਡਾ ਸਰੀਰ ਜਿਹੜਾ ਹੈਗਾ ਵਧੀਆ ਰਹੇਗਾ, ਤੁਹਾਡੀ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਹੀਂ ਪਏਗਾ। ਅਗਲਾ ਹੈ ਸਮਾਜਿਕ ਆਰਥਿਕ ਪਰਿਸਥਿਤੀਆਂ, ਸੋਸ਼ੀਓ ਇਕਨੋਮਿਕ ਕੰਡੀਸ਼ਨਸ। ਦੇਖੋ ਸੋਸ਼ੀਓ ਇਕਨੋਮਿਕ ਕੰਡੀਸ਼ਨਸ ਇਹ ਤੁਹਾਨੂੰ ਕਈ ਤਰ੍ਹਾਂ ਦੇ ਕੁਐਸਚਨ ਆ ਸਕਦੇ ਨੇ, ਉਹਨਾਂ ਦੇ ਵਿੱਚ ਇਹ ਪੁਆਇੰਟ ਤੁਸੀਂ ਲਿਖ ਸਕਦੇ ਹੋ। ਇਹਦਾ ਮਤਲਬ ਕਿ ਸੋਸ਼ੀਓ ਦਾ ਮਤਲਬ ਸਮਾਜਿਕ, इकोनॉमिक का मतलब आर्थिक, पैसे ਨਾਲ जुड़ी हुई गल, ठीक है। यह एक निर्विवाद सत्य है कि स्थान विशेष की सामाजिक और आर्थिक परिस्थितियां वहां के निवासी व्यक्तियों के स्वास्थ्य को प्रभावित करती ही हैं। दुनिया भर के देशों का सर्वेक्षण करने से यह तथ्य उभर कर सामने आता है कि उनके नागरिकों का स्वास्थ्य स्तर उनके सामाजिक आर्थिक विकास के अनुरूप बदलता है। सामाजिक और आर्थिक परिवर्तनों के अंतर्गत प्रति व्यक्ति राष्ट्रीय आमदन, शिक्षा, पोषण, रोजगार के अवसर, व्यवसाय, रहन सहन तथा राजनीतिक तंत्र जैसे कारकों का आकलन किया जाता है। ਆਪਾਂ ਫਿਰ ਇੱਥੇ ਗੱਲ ਸਿੰਪਲ ਭਾਸ਼ਾ ਦੇ ਵਿੱਚ ਕਰਾਂਗੇ। ਸਮਾਜਿਕ ਆਰਥਿਕ ਪਰਿਸਥਿਤੀ ਬੰਦੇ ਦੇ ਸਿਹਤ ਦੇ ਉੱਤੇ ਕਿਵੇਂ ਪ੍ਰਭਾਵ ਪਾਉਂਦੀ ਆ? ਦੇਖੋ ਅਗਰ ਉਹਦਾ ਸਮਾਜਿਕ ਕਲਚਰ ਜਿਹੜਾ ਹੈਗਾ, ਸਮਾਜ ਜਿਹੜਾ ਹੈਗਾ, ਕਿਹੋ ਜਿਹੇ ਸਮਾਜ ਦੇ ਵਿੱਚ ਉਹ ਵਿਅਕਤੀ ਰਹਿ ਰਿਹਾ ਹੈ, ਅਗਰ ਉਹ ਇੱਕ ਬਹੁਤ ਹੀ ਸੱਭਿਅ ਸਮਾਜ ਦੇ ਵਿੱਚ, ਵਧੀਆ ਸਮਾਜ ਦੇ ਚੰਗੇ ਲੋਕਾਂ ਦੇ ਵਿਚਾਲੇ ਰਹਿ ਰਹੇ ਨੇ, ਜਿੱਥੇ ਚੰਗਾ ਉਹਨਾਂ ਦਾ ਏਰੀਆ ਹੈ, ਸਾਫ਼ ਸਫਾਈ ਹੈ, ਤਾਂ ਉੱਥੇ ਆਪਣੇ ਆਪ ਹੀ ਉਸ ਵਿਅਕਤੀ ਦੀ ਸਿਹਤ ਜਿਹੜੀ ਹੈਗੀ ਉਹ ਵਧੀਆ ਹੋਏਗੀ, ਠੀਕ ਹੈ। ਤੁਸੀਂ ਇਹਨੂੰ ਜਦੋਂ ਸਮਾਜਿਕ ਦੀ ਗੱਲ ਕਰਦੇ ਹੋ, ਤੁਸੀਂ ਇਹਨੂੰ ਆਪਦੇ ਦਿਮਾਗ ਦੇ ਵਿੱਚ ਗੰਦੀਆਂ ਬਸਤੀਆਂ ਜਾਂ ਸਾਫ਼ ਸੁਥਰਾ ਇਲਾਕਾ ਇਹ ਦਿਮਾਗ 'ਚ ਫਿੱਟ ਕਰ ਲਓ ਕਿ ਸਮਾਜਿਕ ਦਾ ਮਤਲਬ ਅਸੀਂ ਇਹਨੂੰ ਘੁਮਾ ਕੇ ਲਿਖਾਂਗੇ, ਠੀਕ ਹੈ। ਜਿਹੋ ਜਿਹੇ ਇਲਾਕੇ ਦੇ ਵਿੱਚ, ਜਿਹੋ ਜਿਹੀ ਏਰੀਆ ਦੇ ਵਿੱਚ ਅਸੀਂ ਰਹਿੰਦੇ ਹਾਂ, ਉਹ ਸਾਡੇ ਸਵਾਸਥ ਦੇ ਉੱਤੇ, ਸਾਡੀ ਹੈਲਥ ਦੇ ਉੱਤੇ ਡਾਇਰੈਕਟ ਅਸਰ ਕਰੇਗਾ ਹੀ ਕਰੇਗਾ। ਇਸ ਚੀਜ਼ ਨੂੰ ਤੁਹਾਨੂੰ ਪਤਾ ਹੀ ਹੈ। ਅਗਰ ਅਸੀਂ ਗੰਦੇ ਇਲਾਕੇ ਦੇ ਵਿੱਚ ਰਹਿੰਦੇ ਹਾਂ, ਮੱਛਰ ਮੱਖੀ ਜਿਹੜੀ ਹੈਗੀ ਜ਼ਿਆਦਾ ਹੈ ਉੱਥੇ, ਤਾਂ ਉਹਦੇ ਨਾਲ ਕੀ ਹੋਏਗਾ ਕਿ ਆਪਣੇ ਆਪ ਹੀ ਕੋਈ ਨਾ ਕੋਈ ਬਿਮਾਰੀਆਂ ਜਿਹੜੀਆਂ ਹੈਗੀਆਂ ਪਨਪਦੀਆਂ ਹੀ ਰਹਿੰਦੀਆਂ ਨੇ। ਹੁਣ ਦੂਸਰੀ ਗੱਲ ਇੱਥੇ ਆਰਥਿਕ ਦੀ। ਦੇਖੋ ਅਗਰ ਸਾਡਾ ਜਿਹੜਾ ਮਤਲਬ ਵਿਵਸਾਏ ਕੋਈ ਚੰਗਾ ਹੈਗਾ, ਸਾਡਾ ਕੰਮਕਾਰ ਕੋਈ ਵਧੀਆ ਹੈ, ਜਿਹੜੇ ਵਿਅਕਤੀਆਂ ਦੇ ਉਹਨਾਂ ਨੂੰ ਕੋਈ ਆਰਥਿਕ ਸਮੱਸਿਆ ਨਹੀਂ ਹੈ, ਗਰੀਬ ਨਹੀਂ ਹੈਗੇ ਜਿਹੜੇ ਲੋਕ, ਜਾਂ ਬਹੁਤ ਜ਼ਿਆਦਾ ਗਰੀਬ ਨਹੀਂ ਹੈਗੇ, ਤਾਂ ਉਹਨਾਂ ਦੀ ਸਿਹਤ ਆਪਣੇ ਆਪ ਹੀ ਵਧੀਆ ਹੋਏ, ਕਿਉਂਕਿ ਉਹਨਾਂ ਦਾ ਖਾਣ ਪੀਣ ਦੇ ਵਿੱਚ ਪੋਸ਼ਕ ਤੱਤ ਜਿਹੜੇ ਹੈਗੇ ਸਾਰੇ ਸ਼ਾਮਿਲ ਹੋਣਗੇ, ਸਮੇਂ ਸਮੇਂ ਤੇ ਉਹਨਾਂ ਨੂੰ ਖੁਰਾਕ ਮਿਲੇਗੀ, ਇਸ ਕਰਕੇ ਉਹਨਾਂ ਦੀ ਜਿਹੜੀ ਸਿਹਤ ਹੈ ਵਧੀਆ ਰਹੇਗੀ। ਹੁਣ ਇਹਦੇ ਵਿੱਚ ਹੀ ਆਪਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਆਰਥਿਕ ਸਤਰ ਦੀ ਗੱਲ ਕਰਦੇ ਹਾਂ, ਜਿਹੜੇ ਵਿਅਕਤੀ ਦੇ ਆਰਥਿਕ ਸਤਰ ਵਧੀਆ ਹੋਏਗਾ, ਉੱਥੇ ਮੌਤ ਦਰ ਵੀ ਆਪਣੇ ਆਪ ਘੱਟ ਹੋਏਗੀ। ਕਿਉਂ ਘੱਟ ਹੋਏਗੀ? ਕਿਉਂਕਿ ਮੰਨ ਲਓ ਅਗਰ ਬੱਚੇ ਬਿਮਾਰ ਹੋ ਜਾਂਦੇ ਨੇ ਤੇ ਉਹਨਾਂ ਨੂੰ ਸਹੀ ਸਮੇਂ ਦੇ ਉੱਤੇ ਉਹਨਾਂ ਦੀ ਜਿਹੜੀ ਦਵਾ ਦਾਰੂ ਹੈ ਉਹ ਹੋ ਸਕਦੀ ਹੈ, ਉਹਨਾਂ ਨੂੰ ਮੈਡੀਕੇਸ਼ਨ ਜਿਹੜੀ ਹੈਗੀ ਸਹੀ ਸਮੇਂ ਤੇ ਮਿਲ ਸਕੇਗੀ, ਇਸ ਕਰਕੇ ਉਹਨਾਂ ਦੀ ਡੈਥ ਰੇਟ ਜਿਹੜਾ ਹੈਗਾ ਉਹ ਘੱਟ ਜਾਂਦਾ ਹੈ। ਬਜਾਏ ਇਸ ਦੇ ਕਿ ਜਿਹੜੇ ਲੋਕ ਝੁੱਗੀਆਂ ਝੋਪੜੀਆਂ ਦੇ ਵਿੱਚ ਜਾਂ ਗਰੀਬ ਲੋਕ ਨੇ, ਜਿਨ੍ਹਾਂ ਕੋਲੇ ਪੈਸਾ ਘੱਟ ਹੈ, ਉਹਨਾਂ ਦੇ ਵਿੱਚ ਇਹ ਪ੍ਰੋਬਲਮ ਆ ਜਾਂਦੀ ਕਿ ਜੇ ਉਹਨਾਂ ਦੇ ਬੱਚੇ, ਤੁਸੀਂ ਆਮ ਤੌਰ ਤੇ ਦੇਖਿਆ ਹੋਏਗਾ ਕਿ ਉਹਨਾਂ ਦੇ ਵਿੱਚ ਅਗਰ ਕੋਈ ਪ੍ਰੋਬਲਮ ਆ ਗਈ ਬੱਚਿਆਂ ਨੂੰ, ਤਾਂ ਉਹ ਉਹਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਕਰਵਾ ਪਾਉਂਦੇ, ਇਸ ਕਰਕੇ ਉਹਨਾਂ ਦੇ ਏਰੀਆਜ਼ ਦੇ ਵਿੱਚ ਜਾਂ ਉਹਨਾਂ ਦੇ ਘਰਾਂ ਦੇ ਵਿੱਚ ਡੈਥ ਰੇਟ ਜ਼ਿਆਦਾ ਹੁੰਦੇ ਨੇ। ਹੁਣ ਦੇਖੋ ਇੱਥੇ ਇਹਨਾਂ ਨੇ ਨਾ ਕਿ ਨਾ ਸਬ ਪਾਰਟ ਕੀਤੇ ਹੋਏ, ਆਪਾਂ ਸਬ ਪਾਰਟ ਨਹੀਂ ਕਰਨੇ। ਤੁਸੀਂ ਜਿਵੇਂ ਆਪਾਂ ਤੀਸਰਾ ਹੋ ਗਿਆ ਪੁਆਇੰਟ, ਉਸ ਤੋਂ ਬਾਅਦ ਚੌਥਾ ਆਪਾਂ ਕੀਤਾ ਸੋਸ਼ੀਓ ਇਕਨੋਮਿਕ। ਹੁਣ ਸਿੱਖਿਆ ਨੂੰ ਤੁਸੀਂ ਪੰਜਵਾਂ ਪੁਆਇੰਟ ਹੀ ਬਣਾ ਲਓ। ਸਿੱਖਿਆ ਦਿੱਤਾ ਹੈ ਨਾ, ਐਜੂਕੇਸ਼ਨ, ਤੁਸੀਂ ਇਹਨੂੰ ਪੰਜਵਾਂ ਪੁਆਇੰਟ ਬਣਾ ਲਓ। ਆਪਾਂ ਇਹਨੂੰ ਅਲੱਗ ਪੁਆਇੰਟ ਹੀ ਬਣਾ ਲੈਂਦੇ ਕਿ ਹਾਂ ਇਹ ਪੁਆਇੰਟ ਜਿਹੜਾ ਆਪਣੇ ਕੋਲੇ ਵੱਖਰਾ ਬਣ ਗਿਆ। ਐਜੂਕੇਸ਼ਨ ਕਿਵੇਂ ਪ੍ਰਭਾਵਿਤ ਕਰਦੀ ਹੈ? ਦੇਖੋ ਐਜੂਕੇਸ਼ਨ ਦਾ ਹਰ ਇੱਕ ਤੁਹਾਡੀ ਸਮੱਸਿਆ ਦੇ ਨਾਲ ਡਾਇਰੈਕਟ ਸੰਬੰਧ ਹੈ। ਅਗਰ ਬੱਚਾ ਜਾਂ ਉਹਦਾ ਪਰਿਵਾਰ ਜਿਹੜਾ ਹੈ ਉਹ ਸਿੱਖਿਅਤ ਹੈ, ਜੇ ਮਾਂ-ਬਾਪ ਸਿੱਖਿਅਤ ਨੇ, ਤਾਂ ਉੱਥੇ ਕੀ ਹੋਏਗਾ ਕਿ ਬੱਚੇ ਦੀ ਜਿਹੜੀ ਬਿਮਾਰੀ ਹੈ ਜਾਂ ਉਹਦੇ 'ਚ ਕੋਈ ਕਮੀ ਹੈ, ਉਹਨੂੰ ਸਹੀ ਸਮੇਂ ਤੇ ਪਹਿਚਾਣ ਕਰ ਲਈ ਜਾਏਗੀ ਉਹਦੀ, ਔਰ ਉਹਨੂੰ ਸਹੀ ਸਮੇਂ ਤੇ ਉਹਦਾ ਪੋਸ਼ਣ ਜਿਹੜਾ ਹੈ ਉਹਨੂੰ ਦਿੱਤਾ ਜਾਏਗਾ। ਜਾਂ ਅਗਰ ਉਹਨੂੰ ਕੋਈ ਕਿਸੇ ਚੀਜ਼ ਦੀ ਘਾਟ ਹੈ, ਵਿਟਾਮਿਨਸ ਦੀ ਘਾਟ ਹੈ, ਮਿਨਰਲਸ ਦੀ ਘਾਟ ਹੈ, ਤਾਂ ਸਹੀ ਸਮੇਂ ਤੇ ਡਾਕਟਰੀ ਸਲਾਹ ਦੇ ਨਾਲ ਉਹ ਪੂਰੀ ਕੀਤੀ ਜਾਏਗੀ। ਤਾਂ ਆਪਣੇ ਆਪ ਹੀ ਕੀ ਹੋਏਗਾ, ਉਹਦਾ ਸਵਾਸਥ ਚੰਗਾ ਹੋਏਗਾ, ਆਪਣੇ ਆਪ ਹੀ ਕੀ ਹੋਏਗਾ ਕਿ ਉਹਦੇ ਡੈਥ ਰੇਟ ਘੱਟ ਹੋਣਗੇ ਉੱਥੇ, ਠੀਕ ਹੈ। ਗਰੀਬੀ, ਕੁਪੋਸ਼ਣ, ਬਿਮਾਰੀ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਤੁਹਾਡੀਆਂ ਡਾਇਰੈਕਟ ਜੁੜੀਆਂ ਹੁੰਦੀਆਂ ਨੇ ਐਜੂਕੇਸ਼ਨ ਦੇ ਨਾਲ, ਕਿਉਂਕਿ ਜੇ ਐਜੂਕੇਸ਼ਨ ਨਹੀਂ ਹੈਗੀ, ਸਿੱਖਿਆ ਨਹੀਂ ਹੈਗੀ ਚੰਗੀ, ਤਾਂ ਆਪਣੇ ਆਪ ਹੀ ਉਹ ਲੋਕ ਜਿਹੜੇ ਹੈਗੇ ਆ, ਅਸੀਂ ਮੰਨਦੇ ਹਾਂ ਕਿ ਦੋਨੋਂ ਵਾਈਸਾ ਵਰਸਾ ਨੇ, ਗਰੀਬੀ ਕਰਕੇ ਸਿੱਖਿਆ ਨਹੀਂ ਪ੍ਰਾਪਤ ਕਰ ਪਾਉਂਦੇ, ਤੇ ਸਿੱਖਿਆ ਨਹੀਂ ਹੈਗੀ ਤੇ ਆਪਣੇ ਆਪ ਹੀ ਉਹ ਅੱਗੇ ਨਹੀਂ ਵਧ ਪਾਉਂਦੇ, ਗਰੀਬੀ ਦੇ ਦਾਇਰੇ ਦੇ ਵਿੱਚ ਹੀ ਸਿਮਟ ਜਾਂਦੇ ਨੇ।
ਤੇ ਅਜਿਹੇ ਲੋਕਾਂ ਦੇ ਵਿੱਚ ਕੁਪੋਸ਼ਣ, ਜਿਹੜੇ ਉਹਨਾਂ ਦੇ ਬੱਚੇ ਨੇ, ਉਹਨਾਂ ਵਿੱਚ ਕੁਪੋਸ਼ਣ ਦੀ ਪ੍ਰੋਬਲਮ ਹੋਣੀ ਆਮ ਗੱਲ ਹੈ, ਬਿਮਾਰੀਆਂ ਹੋਣੀਆਂ ਆਮ ਗੱਲ ਨੇ, ਮੌਤ ਦੀ ਦਰ ਜਿਹੜੀ ਜ਼ਿਆਦਾ ਹੋਣੀ ਉਹ ਆਮ ਗੱਲ ਹੈ। ਠੀਕ ਹੈ ਜੀ, ਆਸਾਨ ਭਾਸ਼ਾ ਦੇ ਵਿੱਚ ਆਪਣੇ ਪੁਆਇੰਟ ਨੂੰ ਐਲੈਬੋਰੇਟ ਕਰੋ। ਅਗਲਾ ਹੈ ਵਿਵਸਾਏ, ਆਕੂਪੇਸ਼ਨ। ਆਪਾਂ ਉਦੋਂ ਵੀ ਗੱਲ ਕੀਤੀ ਸੀ, ਆਕੂਪੇਸ਼ਨ ਜਿਹੜਾ ਹੈਗਾ ਹਰ ਇੱਕ ਚੀਜ਼ ਤੇ ਪ੍ਰਭਾਵ ਪਾਏਗਾ। ਠੀਕ ਹੈ, ਕਈ ਵਾਰੀ ਕੀ ਹੁੰਦਾ ਕਿ ਕੁਝ ਲੋਕ ਜਿਹੜੇ ਹੈਗੇ ਨੇ, ਦੇਖੋ ਇੱਥੇ ਉਹ ਚੀਜ਼ ਨਹੀਂ ਹੋਏਗੀ, ਆਪਾਂ ਵੈਸੇ ਗੱਲ ਕਰਦੇ ਹਾਂ ਕਿ ਕਈ ਲੋਕ ਜਿਹੜੇ ਹੈਗੇ ਆ ਉਹ ਅਜਿਹੇ ਕਾਰਖਾਨਿਆਂ ਦੇ ਵਿੱਚ ਕੰਮ ਕਰਦੇ ਨੇ ਜਿੱਥੇ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਨੇ, ਜਾਂ ਜ਼ਹਿਰੀਲੇ ਤੱਤ ਜਿਹੜੇ ਹੁੰਦੇ ਨੇ ਉਹ ਉੱਥੇ ਕੰਮ ਕਰਦੇ ਨੇ ਉਹਨਾਂ ਦੇ ਵਿੱਚ, ਜਿਵੇਂ ਨਿਕਲ, ਕਈ ਲੋਕ ਜਿਹੜੇ ਰੰਗ ਕਰਦੇ ਨੇ, ਰੰਗ ਦੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ, ਉੱਥੇ ਸਾਰਾ ਕੁਝ ਕੈਮੀਕਲ ਹੁੰਦਾ ਹੈ। ਤਾਂ ਅਜਿਹੇ ਲੋਕਾਂ ਦੀ ਸਿਹਤ ਦੇ ਉੱਤੇ ਉਹਨਾਂ ਦਾ ਵਿਵਸਾਏ ਡਾਇਰੈਕਟ ਅਸਰ ਕਰੇਗਾ। ਅਜਿਹੇ ਲੋਕ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਸਾਹ ਦੀਆਂ ਜਾਂ ਕੋਈ ਹੋਰ ਬਿਮਾਰੀਆਂ ਪੈਦਾ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਇਹਨੂੰ ਦੂਜੇ ਪਾਸੇ ਜੋੜ ਗਏ ਆਪਾਂ ਵੀ ਜੇ ਕਿਸੇ ਦਾ ਵਿਵਸਾਏ ਚੰਗਾ ਨਹੀਂ ਚੱਲ ਰਿਹਾ, ਜੇ ਉਹਦਾ ਜਿਹੜਾ ਕਾਰੋਬਾਰ ਹੈ ਉਹ ਚੰਗਾ ਨਹੀਂ ਚੱਲ ਰਿਹਾ, ਉਹਦੇ ਕੋਲ ਪੈਸੇ ਘੱਟ ਆਉਣਗੇ ਤੇ ਆਪਾਂ ਉੱਪਰਲੇ ਪੁਆਇੰਟ ਤੇ ਚੱਲ ਜਾਵਾਂਗੇ, ਆਰਥਿਕ ਸਤਰ ਦੇ ਵਿੱਚ। ਜੁੜ ਗਿਆ ਨਾ ਪੁਆਇੰਟ ਉਹਦੇ ਨਾਲ, ਵਿਵਸਾਏ ਉਹਦੇ ਨਾਲ ਕਿਵੇਂ ਜੁੜ ਗਿਆ ਕਿ ਜੇ ਸਾਡਾ ਕਾਰੋਬਾਰ ਚੰਗਾ ਨਹੀਂ ਚੱਲ ਰਿਹਾ ਤੇ ਸਾਡੇ ਆਪਣੇ ਆਪ ਇਨਕਮ ਘੱਟ ਹੋਏਗੀ ਤੇ ਆਪਣੇ ਆਪ ਹੀ ਅਸੀਂ ਆਪਦੇ ਬੱਚਿਆਂ ਨੂੰ ਸਹੀ ਸਹੂਲਤਾਂ ਨਹੀਂ ਦੇ ਪਾਵਾਂਗੇ ਤੇ ਕੀ ਹੋਣਗੇ, ਉਹ ਬਿਮਾਰ ਹੋਣਗੇ, ਉਹਨਾਂ ਦੀ ਹੈਲਥ ਤੇ ਮਾੜੇ ਅਸਰ ਪੈਣਗੇ। ਅਗਲਾ ਹੈ ਰਾਜਨੀਤਿਕ ਤੰਤਰ। ਰਾਜਨੀਤਿਕ ਤੰਤਰ ਦਾ ਇੱਥੇ ਕੀ ਆਏਗਾ, ਔਖਾ ਲਿਖਿਆ ਹੋਏਗਾ, ਆਪਾਂ ਇਹਨੂੰ ਵੀ ਆਸਾਨ ਭਾਸ਼ਾ ਦੇ ਵਿੱਚ ਸਮਝ ਲਓ, ਬਸ ਉਹਨੂੰ ਤੁਸੀਂ ਆਪਦੇ ਸ਼ਬਦਾਂ ਦੇ ਵਿੱਚ ਰੋ ਕੇ ਲਿਖ ਲੈਣਾ ਹੈ। ਦੇਖੋ, ਰਾਜਨੀਤਿਕ ਤੰਤਰ ਦੇ ਸੰਬੰਧ ਦੇ ਵਿੱਚ ਅਸੀਂ ਜੇ ਗੱਲ ਕਰੀਏ, ਤੁਸੀਂ ਬੰਗਲਾਦੇਸ਼ ਦੇਖ ਲਓ, ਪਾਕਿਸਤਾਨ ਦੇਖ ਲਓ, ਭਾਰਤ ਦੇਖ ਲਓ, ਆਪਾਂ ਇਹਨਾਂ ਤਿੰਨਾਂ ਦੀ ਗੱਲ ਹੀ ਕਰ ਲੈਂਦੇ ਹਾਂ। ਅਗਰ ਜਿੱਥੇ ਰਾਜਨੀਤਿਕ ਵਿਵਸਥਾ ਜਿਹੜੀ ਹੈਗੀ ਉਹ ਚੰਗੀ ਹੋਵੇ, ਹਰ ਇੱਕ ਨੂੰ ਰੁਜ਼ਗਾਰ ਮਿਲ ਰਿਹਾ ਹੋਵੇ, ਹਰ ਇੱਕ ਜਿਹੜਾ ਹੈ ਉਹਦੇ ਸੰਸਾਧਨ ਜਿਹੜੇ ਹੈਗੇ ਨੇ ਉਸ ਪ੍ਰਦੇਸ਼ ਦੇ ਜਾਂ ਉਸ ਦੇਸ਼ ਦੇ ਲੋਕਾਂ 'ਚ ਸਹੀ ਉਹਨਾਂ ਦੀ ਵੰਡ ਹੋਵੇ, ਅਮੀਰ ਗਰੀਬ ਦਾ ਪਾੜਾ ਘੱਟ ਹੋਵੇ, ਠੀਕ ਹੈ, ਹਰ ਇੱਕ ਵਿਅਕਤੀ ਜਿਹੜਾ ਹੈਗਾ ਉਹ ਰੁਜ਼ਗਾਰ ਤੇ ਲੱਗਾ ਹੋਵੇ, ਪ੍ਰਤੀ ਵਿਅਕਤੀ ਆਮਦਨ ਜ਼ਿਆਦਾ ਹੋਵੇ, ਤੇ ਆਪਣੇ ਆਪ ਹੀ ਉੱਥੇ ਬਿਮਾਰੀਆਂ ਘੱਟ ਹੋਣਗੀਆਂ, ਆਪੇ ਲੋਕਾਂ ਦੀ ਸਿਹਤ ਵਧੀਆ ਹੋਏਗੀ। ਜੇਕਰ ਉੱਥੇ ਗਰੀਬੀ ਤੇ ਅਮੀਰੀ ਦਾ ਪਾੜਾ ਜ਼ਿਆਦਾ ਹੈ, ਜੇਕਰ ਉਹਨਾਂ ਦੇ ਸੰਸਾਧਨ ਜਿਹੜੇ ਹੈਗੇ ਨੇ ਕੁਝ ਲੋਕਾਂ ਦੇ, ਕੁਝ ਅਮੀਰ ਲੋਕਾਂ ਦੇ ਹੱਥ ਦੇ ਵਿੱਚ ਨੇ, ਜੇ ਸਾਰੀ ਜਿਹੜੀ ਗਵਰਨਮੈਂਟ ਹੈਗੀ ਹੈ, ਜਿਹੜੀ ਸਰਕਾਰ ਹੈ, ਉਹ ਸਿਰਫ ਕੁਝ ਪੂੰਜੀਪਤੀਆਂ ਦੇ ਹੱਥ ਦੇ ਵਿੱਚ ਖਿਡੌਣਾ ਬਣੀ ਹੋਈ ਹੈ, ਉਹਨਾਂ ਦੀਆਂ ਗੱਲਾਂ ਸੁਣ ਰਹੀ, ਉਹਨਾਂ ਦੀਆਂ ਹੀ ਜਿਹੜੀਆਂ ਸਕੀਮਾਂ ਲਾਗੂ ਕਰ ਰਹੀ ਹੈ, ਤੇ ਆਪਣੇ ਆਪ ਹੀ ਡਾਊਨ ਜਿਹੜੇ ਲੋਕ ਰਹਿੰਦੇ ਨੇ, ਜਿਹੜੇ ਨੀਵੇਂ ਲੋਕ ਰਹਿ ਰਹੇ ਨੇ, ਜਿਹੜੇ ਗਰੀਬੀ ਦੇ ਖੇਤਰ ਦੇ ਵਿੱਚ ਰਹੇ ਨੇ, ਉਹਨਾਂ ਦਾ ਭਲਾ ਹੋਣਾ ਹੀ ਨਹੀਂ। ਅਗਰ ਉਹਨਾਂ ਦਾ ਭਲਾ ਨਹੀਂ ਹੋਣਾ, ਉਹਨਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲਣੀਆਂ, ਤੇ ਉੱਥੇ ਡੈਫੀਨੇਟਲੀ ਹੈ ਕਿ ਉਹਨਾਂ ਦੀ ਸਿਹਤ ਤੇ ਮਾੜਾ ਅਸਰ ਪਏਗਾ ਹੀ ਪਏਗਾ। ਠੀਕ ਹੈ ਜੀ, ਇਹਨੂੰ ਇਸ ਤਰ੍ਹਾਂ ਤੁਸੀਂ ਬਣਾ ਲੈਣਾ। ਅਗਲਾ ਹੈ ਹੈਲਥ ਸਰਵਿਸਿਜ਼, ਸਵਾਸਥ ਸੇਵਾएं। ਇਹ ਇਸੇ ਚੀਜ਼ ਨਾਲ ਜੋੜ ਕੇ ਤੁਸੀਂ ਇਹਨੂੰ ਗਾਂਹ ਤੋਰ ਲਓ ਕਿ ਜੇ ਸਰਕਾਰ ਜਿਹੜੀ ਹੈ, ਅਗਰ ਉਸ ਪ੍ਰਦੇਸ਼ ਦੀ ਸਰਕਾਰ ਇਸ ਚੀਜ਼ ਤੇ ਧਿਆਨ ਦਿੰਦੀ ਪਈ ਹੈ, ਸਿਹਤ ਸਹੂਲਤਾਂ ਵਧੀਆ ਨੇ, ਪਿੰਡ ਤੋਂ ਲੈ ਕੇ, ਮੁਹੱਲੇ ਤੋਂ ਲੈ ਕੇ ਉੱਪਰ ਸ਼ਹਿਰ ਤੱਕ ਔਰ ਆਪਦੀ ਸਟੇਟ ਤੱਕ ਵਧੀਆ ਹਸਪਤਾਲ ਬਣੇ ਹੋਏ ਨੇ, ਔਰ ਪ੍ਰਾਥਮਿਕ ਪੱਧਰ ਤੇ ਜਿਹੜਾ ਤੁਹਾਡਾ ਜਿਹੜਾ ਆਪਣਾ ਪਿੰਡ ਹੁੰਦਾ, ਪਿੰਡ ਲੈਵਲ ਤੇ ਜਾਂ ਛੋਟੇ ਤੋਂ ਛੋਟੇ ਸਮੂਹ ਦੇ ਲੈਵਲ ਤੇ, ਮੁਹੱਲੇ ਤੱਕ ਦੇ ਉੱਥੇ ਪ੍ਰਾਥਮਿਕ ਸਿਹਤ ਕੇਂਦਰ ਬਣੇ ਹੋਏ ਨੇ, ਵਧੀਆ ਨੇ, ਜਿੱਥੇ ਹਰ ਵੇਲੇ ਜਾ ਕੇ ਅਸੀਂ ਸਿਹਤ ਸਹੂਲਤਾਂ ਲੈ ਸਕਦੇ ਨੇ, ਤਾਂ ਆਪਣੇ ਆਪ ਹੀ ਸਿਹਤ ਸਾਡੀ ਵਧੀਆ ਹੋਏਗੀ। ਠੀਕ ਹੈ, ਜਾਂ ਕਈ ਵਾਰੀ ਕੀ ਹੁੰਦਾ ਕਿ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਹੈਜ਼ਾ ਫੈਲ ਜਾਂਦਾ ਸੀ, ਜਾਂ ਅਸੀਂ ਪੋਲੀਓ ਬਾਰੇ ਸੁਣਿਆ ਹੋਇਆ, ਪੋਲੀਓ ਦੀਆਂ ਖੁਰਾਕਾਂ ਦਿੱਤੀਆਂ ਜਾਂਦੀਆਂ ਨੇ, ਅਗਰ ਸਰਕਾਰ ਦੀਆਂ ਸਹੂਲਤਾਂ ਨੇ, ਪੋਲੀਓ ਦੀਆਂ ਖੁਰਾਕਾਂ ਦਿੱਤੀਆਂ ਜਾ ਰਹੀਆਂ ਨੇ, ਤੇ ਪਿਛਲੇ 10-15 ਸਾਲਾਂ ਦੇ ਵਿੱਚ ਕੋਈ ਭਾਰਤ ਦੇ ਵਿੱਚ ਪੋਲੀਓ ਦਾ ਕੇਸ ਸਾਹਮਣੇ ਨਹੀਂ ਆਇਆ। ਠੀਕ ਹੈ, ਤਾਂ ਇਹ ਚੀਜ਼ਾਂ ਕੀ ਹੁੰਦੀਆਂ, ਜਿਵੇਂ ਹੁਣ ਕਰੋਨਾ ਦੀ ਗੱਲ ਹੀ ਕਰਦੇ ਆਪਾਂ, ਕਰੋਨਾ ਦੀ ਵੈਕਸੀਨੇਸ਼ਨ ਹੋ ਰਹੀ ਹੈ, ਤਾਂ ਇਹ ਚੀਜ਼ਾਂ ਕੀ ਹੁੰਦੀਆਂ ਨੇ, ਇਹ ਚੀਜ਼ਾਂ ਨੇ ਤੁਹਾਨੂੰ ਬਿਮਾਰੀ ਤੋਂ ਬਚਾਉਣ ਵਾਸਤੇ, ਤੁਹਾਡੀ ਸਿਹਤ ਆਪਣੇ ਆਪ ਵਧੀਆ ਰਹੇਗੀ ਜੇ ਤੁਹਾਨੂੰ ਸਹੂਲਤਾਂ ਸਹੀ ਮਿਲ ਰਹੀਆਂ ਨੇ, ਸਹੀ ਸਮੇਂ ਤੇ ਮਿਲ ਰਹੀਆਂ ਨੇ। आगे आएगा अन्य कारक। अन्य कारक में क्या आ सकता है, उपरोक्त कारकों के अतिरिक्त कुछ अन्य कारक भी हैं जो अन्य स्वास्थ्य को प्रोक्ष प्रोक्ष मतलब पिछले पासियों, लुके हुए फैक्टर रूप से प्रभावित करते हैं। कृषि एवं खाद्यान्न ਆਪਾਂ ਗੱਲ ਕਰ ਹੀ ਲਈ ਵੈਸੇ, कृषि एवं खाद्यान्न मतलब ਜਿਹੜੇ ਖਦਾਨਾਂ ਦੇ ਵਿੱਚ ਕੰਮ ਕਰਦੇ ਨੇ, ਜਿੱਥੇ ਕੋਲਾ ਲੋਹਾ ਵਗੈਰਾ ਨਿਕਲਦਾ ਹੈ, ਉੱਥੇ ਉਹਨਾਂ ਦੀ ਹਾਲਤ ਬਹੁਤ ਬੁਰੀ ਹੁੰਦੀ ਹੈ। ਠੀਕ ਹੈ, ਜਿਵੇਂ ਆਪਾਂ ਗੱਲ ਕੀਤੀ ਸੀ ਕਾਰਖਾਨਿਆਂ 'ਚ ਕੰਮ ਕਰਨ ਵਾਲੇ ਲੋਕਾਂ ਦੀ। उद्योग, सामाजिक कल्याण कार्यक्रम, ग्रामीण विकास, जनसंख्या एकम। हाँ, जनसंख्या पॉइंट ਉੱਪਰ ਤੁਸੀਂ ਵੱਡੇ ਪੁਆਇੰਟ ਦੇ ਵਿੱਚ ਪਾ ਲਓ, ਮੈਂ ਤੁਹਾਨੂੰ ਨਾ ਇੱਕ ਨੋਟ ਸੈਂਡ ਕਰਵਾ ਦਿੰਦਾ, ਉਹਦੇ ਵਿੱਚ ਤੁਹਾਨੂੰ ਇਹ ਮਿਲ ਜਾਣਗੇ ਪੁਆਇੰਟ ਸਾਰੇ, 7-8-10 ਪੁਆਇੰਟ ਹੈਗੇ ਨੇ ਤੁਹਾਡੇ ਕੋਲ ਆ ਜਾਣਗੇ, ਫਿਰ ਤੁਹਾਨੂੰ ਐਲੈਬੋਰੇਟ ਕਰਨੇ ਹੋਰ ਸੌਖੇ ਹੋ ਜਾਣਗੇ, ਸਿਰਫ ਪੁਆਇੰਟ ਨੇ। ਜਨਸੰਖਿਆ ਵੀ ਤੁਸੀਂ ਉੱਪਰ ਵੱਡੇ ਪੁਆਇੰਟ ਦੇ ਵਿੱਚ ਵੱਖਰੀ ਬਣਾ ਲੈਣੀ ਹੈ। ਠੀਕ ਹੈ, ਅੰਨੇ ਕਾਰਕ ਲਿਖੋ ਨਾ ਲਿਖੋ ਉਹਨੂੰ ਭਾਵੇਂ ਛੱਡ ਵੀ ਦਿਓ, ਪਰ ਤੁਸੀਂ ਪੁਆਇੰਟ ਵੈਸੇ ਵੱਖਰੇ ਤੁਹਾਡੇ ਕੋਲ ਇੰਨੇ ਪੁਆਇੰਟ ਬਣ ਜਾਣੇ ਨੇ, ਕਿਉਂਕਿ ਆਪਾਂ ਜਿਵੇਂ ਗੱਲ ਕੀਤੀ शिक्षा, व्यवसाय और राजनीतिक तंत्र, ये अलग अलग पॉइंट ही बना लेने तुसी सारे।
ਹੁਣ ਆਪਾਂ ਗੱਲ ਕਰਦੇ ਪਏ ਜਿਵੇਂ ਦੂਸਰਾ ਜਨਸੰਖਿਆ ਤੇ, ਦੇਖੋ ਜਿੰਨੀ ਜ਼ਿਆਦਾ ਜਨਸੰਖਿਆ ਹੋਏਗੀ, ਅਗਰ ਉਹਦੇ ਤੇ ਕੰਟਰੋਲ ਨਹੀਂ ਹੈ ਸਰਕਾਰ ਦਾ, ਤਾਂ ਆਪਣੇ ਆਪ ਹੀ ਕੀ ਹੋਏਗਾ ਕਿ ਸਾਡੇ ਸਾਧਨਾਂ ਦੇ ਉੱਤੇ ਜ਼ਿਆਦਾ ਭਾਰ ਪਵੇਗਾ। ਜਿੱਥੇ 100 ਲੋਕਾਂ ਨੇ ਉਸ ਸਟੇਟ ਦੇ ਉੱਤੇ, ਖਾਣੇ ਦੇ ਉੱਤੇ ਜਾਂ ਸਾਰੇ ਸੰਸਾਧਨਾਂ ਦੇ ਉੱਤੇ ਜੀਵਤ ਰਹਿਣਾ ਹੈ, ਜੇ ਉਹਦੀ ਜਨਸੰਖਿਆ ਜਿਹੜੀ 200 ਹੋ ਜਾਏ ਤਾਂ ਆਪਣੇ ਆਪ ਹੀ ਸਾਰੇ ਲੋਕਾਂ ਦੇ ਹਿੱਸੇ ਦੇ ਵਿੱਚ ਸੰਸਾਧਨ ਘੱਟ ਆਉਣਗੇ। ਤਾਂ ਜਨਸੰਖਿਆ ਜਿਹੜੀ ਹੈਗੀ ਆ ਉਹ ਡਾਇਰੈਕਟ ਪ੍ਰਭਾਵਿਤ ਕਰਦੀ ਆ ਕਿ ਸਾਡੀ ਸਿਹਤ ਦੇ ਉੱਤੇ ਅਸਰ ਕਰਦੀ ਆ। ਜ਼ਿਆਦਾ ਜਨਸੰਖਿਆ ਵਾਲੇ ਇਲਾਕਿਆਂ ਦੇ ਵਿੱਚ ਉਹਨਾਂ ਦੀ ਕੇਅਰ ਘੱਟ ਹੋਏਗੀ, ਅਗਰ ਜਨਸੰਖਿਆ ਸੀਮਤ ਹੈ, ਠੀਕ ਹੈ, ਤੇ ਉਹਦੀ ਕੇਅਰ ਕਰਨਾ ਆਸਾਨ ਹੁੰਦਾ ਹੈ। ਤਾਂ ਇਹ ਤੁਹਾਡਾ ਪੁਆਇੰਟ ਸੀਗਾ, ਕੁਐਸਚਨ ਸੀਗਾ ਕਿ स्वास्थ्य को प्रभावित करने वाले तत्व। 9वां प्रश्न से ਆਪਾਂ ਕਰ ਰਹੇ स्वास्थ्य को प्रभावित करने वाले तत्व, ਜਾਂ ਆਪਾਂ ਕਹਿ ਸਕਦੇ ਕਿ ਉਹ ਫੈਕਟਰ ਜਿਹੜੇ ਹੈਲਥ ਨੂੰ ਪ੍ਰਭਾਵਿਤ ਕਰਦੇ ਨੇ। ਤੇ ਆਪਾਂ ਤੁਸੀਂ ਕੀਤੇ ਅਨੁਵੰਸ਼ਿਕਤਾ, ਪਰਿਆਵਰਣ, ਉਸ ਤੋਂ ਬਾਅਦ ਆਪਾਂ ਕੀਤਾ ਜੀਵਨ ਸ਼ੈਲੀ, ਲਾਈਫਸਟਾਈਲ, ਸਮਾਜਿਕ ਆਰਥਿਕ ਪ੍ਰਸਥਿਤੀਆਂ, ਸੋਸ਼ੀਓ ਇਕਨੋਮਿਕ ਕੰਡੀਸ਼ਨਸ, ਐਜੂਕੇਸ਼ਨ, ਆਕੂਪੇਸ਼ਨ, ਪੋਲੀਟੀਕਲ ਸਿਸਟਮ, ਹੈਲਥ ਸਰਵਿਸਿਜ਼ ਐਂਡ ਅਦਰ ਫੈਕਟਰਸ, ਔਰ ਨਾਲ ਹੀ ਆਪਾਂ ਇੱਥੇ ਕੀਤਾ ਪਾਪੂਲੇਸ਼ਨ। ਠੀਕ ਹੈ ਜੀ, ਇਹ ਹੋ ਗਿਆ ਆਪਣਾ ਪੁਆਇੰਟ। ਹੁਣ ਦੇਖੋ ਅੱਗੇ ਨਾ ਇਸ ਤੋਂ ਬਾਅਦ 12ਵਾਂ ਪ੍ਰਸ਼ਨ ਦੇਖੋ, ਇਹ ਜੋ ਆਪਾਂ ਜ਼ਿਆਦਾ ਕੁਝ ਨਹੀਂ ਕਰਨਾ, ਤੁਹਾਨੂੰ ਸਿਰਫ ਦੱਸਣਾ ਹੈ। 12ਵੇਂ ਪ੍ਰਸ਼ਨ ਦੇ ਵਿੱਚ 7 ਪੁਆਇੰਟ ਦਿੱਤੇ ਹੋਏ ਨੇ। 7 ਦੇ ਵਿੱਚੋਂ ਆਪਾਂ ਅਗਲੇ ਪੇਜ ਤੇ ਆ ਜਾਓ, 27ਵੇਂ ਪੇਜ ਤੇ, ਤੁਹਾਡੇ ਨੋਟਸ ਜਿਹੜਾ 27ਵਾਂ ਪੇਜ ਹੈ, ਇੱਥੇ ਹੈ ਸ਼ਿਸ਼ੂ ਮ੍ਰਿਤੂ ਦਰ, ਇਨਫੈਂਟ ਮੋਰਟੈਲਿਟੀ ਰੇਟ। ਇਹਦਾ ਕੀ ਮਤਲਬ ਹੈ, ਤੁਸੀਂ ਸਿਰਫ ਇਹਦਾ ਮਤਲਬ ਯਾਦ ਕਰਨਾ ਹੈ। शिशु मृत्यु दर, इन्फेंट मोर्टैलिटी रेट, ਇਹਨੂੰ ਤੁਸੀਂ ਪੜ੍ਹ ਲੈਣਾ ਹੈ। ਇਹਦਾ ਰੱਟੇ ਵਾਲਾ ਕੰਮ ਹੀ ਹੈ ਕਿ ਇਹਨੂੰ ਯਾਦ ਕਰ ਲੈਣਾ, ਇਹਦਾ ਮਤਲਬ ਕੀ ਹੈ। 1 वर्ष में मरने वाले शिशुओं, ਹੁਣ ਦੇਖੋ शिशु मृत्यु दर ਦਿੱਤਾ, ਅਗਲੇ ਪੇਜ ਤੇ ਨਾਲ ਹੀ ਦੇਖੋ ਲਿਖਿਆ ਹੈ ਬਾਲ ਮ੍ਰਿਤੂ ਦਰ, ਚਾਈਲਡ ਮੋਰਟੈਲਿਟੀ ਰੇਟ। ਹੁਣ ਇਹ ਤੁਹਾਡੇ ਦਿਮਾਗ 'ਚ ਰਹਿਣੀ ਚਾਹੀਦੀ DC1, ਜੇ ਤੁਹਾਨੂੰ ਨਹੀਂ ਭੁੱਲਿਆ। शिशु ਦਾ ਮਤਲਬ ਇਨਫੈਂਟ, ਇਨਫੈਂਟ ਕਿੰਨੇ ਸਾਲ ਤੱਕ, ਇਨਫੈਂਸੀ ਕਿੰਨੇ ਸਾਲ ਤੱਕ ਮੰਨੀ ਜਾਂਦੀ ਹੈ, 1 ਸਾਲ ਤੱਕ। ਉਸ ਤੋਂ ਬਾਅਦ ਬਾਲ, ਚਾਈਲਡ, ਚਾਈਲਡ ਕਿੱਥੋਂ ਸ਼ੁਰੂ ਹੋ ਗਿਆ, 1 ਤੋਂ ਲੈ ਕੇ 4 ਸਾਲ ਤੱਕ। ਹੁਣ शिशु मृत्यु दर की गल करते, इत्थे हैगा 1 वर्ष में मरने वाले शिशुओं की संख्या ओवर उस वर्ष में जीवित जन्मे शिशुओं की संख्या इंटू 1000। ये तुहाडा फार्मूला है, इहनूं तुसीं लर्न कर लेना है। दूसरा तुसीं करना है बाल मृत्यु दर, पहला करना शिशु मृत्यु दर, दूसरा करना बाल मृत्यु दर। ये दोनों तुसीं जरूर याद कर लेने। उस तो अगे आ जाओ तुसीं 16वां प्रश्न। उस तो बाद आप गल करांगे 16वें प्रश्न की। हाँ जी, बोलो जी। राजे लिखो की प्रॉब्लम आ। सोलहवां प्रश्न है अपने को, भारत की स्वास्थ्य देखभाल वितरण प्रणाली के महत्वपूर्ण बिंदुओं को उजागर कीजिए। ਇਹਦਾ ਕੀ मतलब है कि ਅਸੀਂ ਇੱਥੇ ਦੱਸਣਾ ਹੈ ਰਾਜੇ, ਫਾਰਮੂਲਾ ਸਿੰਪਲ ਹੈ, ਬਿਲਕੁਲ ਸਿੰਪਲ, ਕਿ 1 ਸਾਲ ਦੇ ਵਿੱਚ ਉੱਪਰ ਆਪਾਂ ਲਿਖਣਾ 1 ਸਾਲ ਦੇ ਵਿੱਚ ਕਿੰਨੇ ਬੱਚੇ ਮਰੇ, 1 ਸਾਲ ਦੀ ਉਮਰ ਤੱਕ ਦੇ ਬੱਚੇ। ਠੀਕ ਹੈ, ਥੱਲੇ ਅਸੀਂ ਲਿਖਣਾ उस साल दे विच किन्ने बच्चे जन्मे, ऊपर लिखना 1 साल विच किन्ने बच्चे मरे, थल्ले आपां लिखना उस साल में जीवित जन्मे शिशुओं की संख्या, भी किन्ने बच्चे उस साल दे विच जिउंदा पैदा होए, उहनूं गुणा कर देनी 1000 दे नाल। सोलहवां प्रश्न, हमारे देश में स्वास्थ्य देखभाल वितरण प्रणाली की चर्चा कीजिए। ਇਹਦਾ मतलब की है, ਇਹਦਾ मतलब है कि ਜਿਹੜੀ ਆਪਣੀ ਹੈਲਥ, ਜਿਹੜਾ ਆਪਣਾ ਹੈਲਥ ਸਿਸਟਮ ਹੈ, ਉਹਦੇ ਅਲੱਗ-ਅਲੱਗ ਅੰਗ ਕਿਹੜੇ ਨੇ, ਜਾਂ
नहीं आप 14वां करांगे, सॉरी 16वां करांगे, 14वां नहीं 16वां करांगे। देखभाल वितरण प्रणाली, ठीक है। डिस्ट्रीब्यूशन सिस्टम की हैगा, ਜਿਹੜੀ ਹੈਲਥ ਸਿਸਟਮ ਆ ਉਹਦਾ ਡਿਸਟ੍ਰੀਬਿਊਸ਼ਨ ਸਿਸਟਮ ਕੀ ਹੈ, ਕਿਵੇਂ ਕਿਵੇਂ ਵੰਡ ਕੀਤੀ ਹੋਈ ਹੈ, ਕਿਹੜੇ ਕਿਹੜੇ ਲੈਵਲ ਤੇ ਕੌਣ ਕੌਣ ਕੰਮ ਕਰਦਾ ਹੈ। ਤਾਂ ਇਹਨੂੰ ਆਪਾਂ पढ़ते हैं प्रश्न ਨੂੰ। सब तो पहला की है, देखो भारत सरकार ने 1977 में लोगों का स्वास्थ्य लोगों के हाथ में समर्पित करने के सिद्धांत पर आधारित ग्रामीण स्वास्थ्य योजना आरंभ की। भारत सरकार सबके लिए स्वास्थ्य के लक्ष्य को प्राथमिक स्वास्थ्य की देखभाल की दृष्टिकोण से प्राप्त करने के लिए प्रतिबद्ध है, जिसमें व्यय करने की शक्ति, व्यय होता खर्च करने की शक्ति के अनुसार सार्वभौमिक, सार्वभौमिक मतलब सर्वव्यापक, हर जगह पे यूनिवर्सल व्यापक स्वास्थ्य संबंधी देखभाल उपलब्ध कराना है। भारत में ये सेवाएं निम्न स्तरों पर उपलब्ध है। पहला है ग्राम स्तर, रूरल लेवल, पिंड लेवल तक की होता है। प्राथमिक स्वास्थ्य की देखभाल के मूल सिद्धांत के आधार पर स्वास्थ्य द्वारा सभी को सर्वत्र सेवा प्रदान करना और उसका सम्मान वितरण करना है। अर्थात स्वास्थ्य की देखभाल ग्रामीण क्षेत्रों के दूर दराज के इलाकों में व्यापक रूप से पहुंचाया जाए और इन सेवाओं का लाभ प्रत्येक व्यक्ति तक पहुंचे और उसकी पकड़ के अंदर हो। ग्रामीण स्तर पर इन नीतियों को क्रियान्वित करने के लिए निम्नलिखित योजनाओं का संचालन किया गया है। हुण इस चीज़ नूं समझ लो आराम नाल, सौखी जी भाषा दे विच। ग्राम स्तर पर सरकार दा की मंशा सी, या सरकार का उद्देश्य क्या था कि दूर दराज के ग्रामीण इलाकों तक, मतलब देश के हर एक ग्रामीण इलाके तक, हर गांव तक सेहत सहूलतों को पहुंचाना और ये मतलब कन्फर्म करना, ये पक्का करना, निश्चित होना चाहिए कि हर एक व्यक्ति की पहुंच में हो स्वास्थ्य जो वितरण है। मतलब स्वास्थ्य से संबंधित जो भी सहूलतें हैं वो हर एक व्यक्ति की पकड़ में होनी चाहिए, उसकी पहुंच में होनी चाहिए, इसका मतलब ये है। और इसको पूरा करने के लिए क्या कुछ रखा गया है? पहले है ग्राम स्वास्थ्य मार्गदर्शक, रूरल हेल्थ गाइड। ग्राम स्वास्थ्य मार्गदर्शक एक ऐसा व्यक्ति है जिसका कार्य समाज की सेवा करना है। यह पूर्णकालिक सरकारी कर्मचारी नहीं होता है, मतलब ये पूरी तरह नाल सरकारी कर्मचारी नहीं होंगे। यह योजना लोगों की अपने स्वास्थ्य की देखभाल उनके हाथों में सौंपने और लोगों की भागीदारी को सुनिश्चित करने के विचार से चलाई गई थी। आजकल स्वास्थ्य मार्गदर्शक अधिकतर महिलाएं ही हैं। स्वास्थ्य मार्गदर्शिका को बुलाया जाता है और उन्हें काम करने के समुदाय का चुनाव करने के लिए कहा जाता है जिसमें वे काम करना चाहती हैं। वे समुदाय और सरकारी संरचना के बीच कड़ी का काम करते हैं। ये व्यक्ति और स्वास्थ्य प्रणाली के बीच प्रथम संपर्क व्यक्ति के रूप में कार्य करते हैं। ग्राम मार्गदर्शिका को 3 महीने का प्रशिक्षण दिया जाता है। हाँ जी, हुण आसान भाषा दे विच आपां गल करदे हां कि ग्राम स्वास्थ्य मार्गदर्शक कौन हुंदा है। ਇਹ ਇਸ ਤਰ੍ਹਾਂ ਦੇ ਵਿਅਕਤੀ ਪਿੰਡ ਦੇ ਵਿੱਚ ਲਗਾਏ ਜਾਂਦੇ ਨੇ ਸਰਕਾਰ ਵੱਲੋਂ, ਜਿਹੜੇ ਪੂਰੀ ਤਰ੍ਹਾਂ ਨਾਲ ਸਰਕਾਰੀ ਕਰਮਚਾਰੀ ਨਹੀਂ ਹੁੰਦੇ। ਉਹਨਾਂ ਨੂੰ ਕੁਛ ਨਾ ਕੁਛ ਮਾਣ ਪੱਤਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਉਹ ਲੋਕ ਕੀ ਕੰਮ ਕਰਦੇ ਨੇ? ਉਹ ਸਮਾਜ ਸੇਵਾ ਦੇ ਤੌਰ ਤੇ ਕੰਮ ਕਰਦੇ ਨੇ, ਲੋਕਾਂ ਦੇ ਵਿੱਚ ਸਮਾਜ ਸੇਵਾ ਦੇ ਤੌਰ ਤੇ ਕੰਮ ਕਰਦੇ ਨੇ। ਔਰ ਦੂਜੀ ਗੱਲ ਕੀ ਕਿ ਉਹ ਸਰਕਾਰ ਤੇ ਲੋਕਾਂ ਦੇ ਵਿਚਾਲੇ ਕੜੀ ਦਾ ਕੰਮ ਕਰਦੇ ਨੇ। ਜਿਹੜੀਆਂ ਸਰਕਾਰ ਦੀਆਂ ਸਿਹਤ ਸਹੂਲਤਾਂ ਹੁੰਦੀਆਂ ਨੇ ਉਹਨਾਂ ਦੀ ਲੋਕਾਂ ਤੱਕ ਪਹੁੰਚ ਕਰਾਉਣੀ ਔਰ ਲੋਕਾਂ ਨੂੰ ਉਹਦੇ ਬਾਰੇ ਜਾਗਰੂਕ ਕਰਨਾ ਕਿ ਹਾਂ ਤੁਸੀਂ ਇਸ ਸੰਬੰਧ ਦੇ ਵਿੱਚ ਇਸ ਜਗ੍ਹਾ ਜਾ ਕੇ ਆਪਦੀ ਸਿਹਤ ਸਹੂਲਤਾਂ ਪ੍ਰਾਪਤ ਕਰ ਸਕਦੇ ਹੋ। ਮਤਲਬ ਉਹ ਲੋਕਾਂ ਔਰ ਸਰਕਾਰ ਦੇ ਵਿਚਾਲੇ ਇੱਕ ਇੰਟਰਮੀਡੀਏਟਰ ਦੇ ਤੌਰ ਤੇ, ਇੱਕ ਮਾਧਿਅਮ ਦੇ ਤੌਰ ਤੇ, ਇੱਕ ਸੰਪਰਕ ਵਿਅਕਤੀ ਦੇ ਤੌਰ ਤੇ ਕੰਮ ਕਰਦੇ ਨੇ। और इतने एक चीज और ध्यान रखनी है कि ये आजकल की है कि ज्यादातर महिलाएं हैं, ज्यादातर लेडीज जो हैं उनको नियुक्त किया जाता है और इनको 3 महीने का प्रशिक्षण दिया जाता है। प्रशिक्षण मतलब उन्होंने तैयारी करवाई जाती, ट्रेनिंग दी जाती है। अगला है स्थानिक दाइयां, लोकल मिडवाइव्स। ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਅੱਗੇ ਕੀ ਹੁੰਦਾ ਸੀ ਕਿ ਹਰ ਇੱਕ ਪਿੰਡ ਦੇ ਵਿੱਚ ਦਾਈਆਂ ਹੁੰਦੀਆਂ ਸੀ ਜਿਹੜੀਆਂ एक नर्स के तौर पर पिंडों के विच काम करदियां सी। ग्रामीण क्षेत्रों में आज भी अधिकतर जच्चा बच्चा का कार्य अप्रशिक्षित दाइयों के द्वारा ही किया जाता है, क्योंकि प्रसव पीड़ा के समय तत्काल कोई भी महिला मिल जाए और उसी के द्वारा यह कार्य संपन्न करा दिया जाता है।
ग्रामीण स्वास्थ्य योजना के तहत एक विस्तृत कार्यक्रम आरंभ किया गया, जिसमें सभी श्रेणियों के स्थानीय दाइयां को पूरे देश में प्रशिक्षण देने का कार्य प्रारंभ किया गया, ताकि उन्हें मातृत्व और बाल स्वास्थ्य की प्राथमिक अवधारणा एवं प्रसूति के कौशलों से अवगत कराया जा सके। ठीक है जी। क्योंकि ਸੀਗੇ ਦਾਈਆਂ ਹੀ ਜਿਹੜਾ ਹੈ ਬੱਚੇ ਦੇ ਜਨਮ ਵੇਲੇ ਸਹਾਇਤਾ ਕਰਦੀਆਂ ਸੀ। ਅੱਜ ਕੱਲ ਕੀ ਹੋ ਗਿਆ ਕਿ ਉਹਨਾਂ ਨੂੰ ਉਹਨਾਂ ਨਾਲ ਟ੍ਰੇਨਿੰਗ ਦਿੱਤੀ ਗਈ ਜਾਂ ਉਹਨਾਂ ਨੂੰ ਹੋਰ ਸਹੂਲਤਾਂ ਤੋਂ ਅਵਗਤ ਕਰਾਇਆ ਗਿਆ, ਤਾਂ ਕਿ ਅਜਿਹੇ ਸਮੇਂ ਦੇ ਵਿੱਚ ਜਿਹੜੀ ਸੇਫਟੀ ਹੈ ਬੱਚੇ ਦੀ ਉਹ ਜ਼ਿਆਦਾ ਹੋ ਸਕੇ। ਅਗਲਾ ਹੈ ਆਂਗਣਵਾੜੀ ਕਾਰਜਕਰਤਾ। ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ। ਪਿੰਡਾਂ ਦੇ ਵਿੱਚ ਆਂਗਣਵਾੜੀ ਸੈਂਟਰ ਬਣੇ ਹੋਏ ਨੇ, ਔਰ ਉਹਨਾਂ ਦੇ ਵਿੱਚ ਜਿਹੜੇ ਆਂਗਣਵਾੜੀ ਕਾਰਜਕਰਤਾ ਹੁੰਦੇ ਨੇ, ਉਹਨਾਂ ਨੂੰ ਸਰਕਾਰ ਵੱਲੋਂ ਜਿਹੜੀਆਂ ਵੀ ਨਵੀਆਂ ਸਿਹਤ ਸਹੂਲਤਾਂ ਆਉਂਦੀਆਂ ਨੇ ਉਹਨਾਂ ਦਾ ਪ੍ਰਚਾਰ ਕਰਨ ਵਾਸਤੇ ਆਂਗਣਵਾੜੀ ਦੀ ਜਿਹੜੇ ਕਰਮਚਾਰੀ ਹੁੰਦੇ ਨੇ ਉਹਨਾਂ ਦੀ ਡਿਊਟੀ ਲਗਾਈ ਜਾਂਦੀ ਹੈ। ਉਹ ਆਪਦੇ ਜਿਹੜੇ ਆਂਗਣਵਾੜੀ ਸੈਂਟਰ ਹੈ ਉੱਥੇ ਇਲਾਕੇ ਦੀਆਂ ਔਰਤਾਂ ਨੂੰ, ਮਰਦਾਂ ਨੂੰ ਬੁਲਾ ਕੇ ਉਹਨਾਂ ਨੂੰ ਜਾਣਕਾਰੀ ਦਿੰਦੇ ਨੇ, ਜਾਂ ਘਰ ਘਰ ਜਾ ਕੇ ਵੀ ਇਹ ਜਾਣਕਾਰੀ ਦਿੱਤੀ ਜਾਂਦੀ ਹੈ, ਜਾਂ ਕੋਈ ਡੇਟਾ ਇਕੱਠਾ ਕਰਨਾ ਦਾ ਸਿਹਤ ਸਹੂਲਤਾਂ ਦੇ ਸੰਬੰਧ ਦੇ ਵਿੱਚ ਉਹ ਵੀ ਇਹ ਕੰਮ ਕਰਦੇ ਨੇ। ठीक है जी। उस तो अगे है उप केंद्र स्तर, सब सेंटर लैवल। पहला की हैगा, पहला अपने को हैगा ग्राम स्तर, रूरल लैवल। उस तो बाद अपने को आ गया दूसरा सब सेंटर लैवल। सब सेंटर लैवल ते की होएगा, उप केंद्र ग्रामीण क्षेत्र में मौजूद स्वास्थ्य प्रदान करने वाली प्रणाली की सीमांत व्यवस्था है। आजकल उप केंद्रों के कार्य मातृ और बाल स्वास्थ्य देखभाल, परिवार नियोजन और प्रतिरक्षण कार्यक्रमों तक ही सीमित कर दिए गए हैं। उप केंद्र स्तर पर कर्मचारियों की संख्या इस प्रकार है: स्वास्थ्य कार्यकर्ता 1, स्वास्थ्य कार्यकर्ता पुरुष 2, स्वयं सेवक या स्वैच्छिक कार्यकर्ता प्रति मास 50 रुपए का भुगतान 1 से 3। ਤਾਂ ਇੰਨੇ ਕਰਮਚਾਰੀ ਉੱਥੇ ਹੁੰਦੇ ਨੇ ਜਿਹੜੇ ਤੁਹਾਨੂੰ ਦੱਸੇ ਇਹਦੇ ਵਿੱਚ ਉਪ ਕੇਂਦਰ ਸਤਰ ਤੇ। ਉਸ ਤੋਂ ਬਾਅਦ ਆ ਗਿਆ ਪ੍ਰਾਥਮਿਕ ਸਵਾਸਥਯ ਕੇਂਦਰ, ਪ੍ਰਾਇਮਰੀ ਹੈਲਥ ਸੈਂਟਰ PHC। ਇਹ ਤੁਸੀਂ ਆਮ ਤੌਰ ਤੇ ਦੇਖੇ ਹੋਣੇ ਨੇ, ਪਿੰਡਾਂ ਦੇ ਵਿੱਚ ਕੁਝ ਪਿੰਡ ਹੁੰਦੇ ਆ ਜਿਹੜੇ ਨਾਲ ਦੇ ਸਬ ਸੈਂਟਰਾਂ ਨੂੰ ਜੋੜ ਕੇ ਇੱਕ PHC ਬਣਾ ਦਿੱਤਾ ਜਾਂਦਾ ਹੈ। ਜਿਹੜਾ ਵੱਡਾ ਪਿੰਡ ਹੈ ਉਹਦੇ ਆਸ-ਪਾਸ ਕੁਝ ਪਿੰਡਾਂ ਦੇ ਸਬ ਸੈਂਟਰਾਂ ਨੂੰ जोड़ के एक PHC बना देता, पब्लिक प्राइमरी हेल्थ सेंटर। भारत के लिए प्राथमिक स्वास्थ्य केंद्र की अवधारणा नई नहीं है। भोरे समिति ने 1946 में प्राथमिक स्वास्थ्य केंद्र का प्राथमिक स्वास्थ्य इकाई के रूप में अवधारण किया। इसका उद्देश्य लोगों को अपने आवास से निकट की दूरी पर सेवाएं उपलब्ध कराना तथा रोकथाम और प्रोत्साहन पर जोर देते हुए स्वास्थ्य देखभाल के पक्षों को निष्पादित करना है। प्राथमिक स्वास्थ्य केंद्र की संरचना और कार्यों में समय समय पर परिवर्तन होते रहे हैं। इसके बाद राष्ट्रीय स्वास्थ्य योजना 1983 ने मैदानी ग्रामीण क्षेत्रों में 30,000 की आबादी पर तथा पहाड़ी क्षेत्रों में 20,000 की आबादी पर एक प्राथमिक स्वास्थ्य केंद्र के आधार पर प्राथमिक स्वास्थ्य केंद्रों को पुनर्गठन करने का सुझाव दिया। वर्तमान में प्रत्येक समुदाय विकास खंड में एक या एक से अधिक प्राथमिक स्वास्थ्य केंद्र हैं। इनमें निम्न कर्मचारी होते हैं। कौन कौन से होते हैं? चिकित्सा अधिकारी, फार्मासिस्ट, नर्स, मिडवाइफ, स्वास्थ्य कार्यकर्ता पुरुष, स्वास्थ्य कार्यकर्ता स्त्री, वरिष्ठ अनुभाग लिपिक, क्लर्क। लिपिक ही होंगे ने क्लर्क, UDC अपर डिवीजन क्लर्क, UDC होंगे अपर डिवीजन क्लर्क, LDC होंगे लोअर डिवीजन क्लर्क, कनिष्ठ अनुभाग लिपिक। तुसीं उवें भी लिख सकते हो, ठीक है, इंग्लिश भी लिख सकते हैं उस चीज़ को, अपर डिवीजन क्लर्क और लोअर डिवीजन क्लर्क। प्रयोगशाला तकनीशियन चालक प्रत्येक पर 1 तथा चतुर्थ श्रेणी, चौथी श्रेणी, 4th क्लास 4 व्यक्ति, कुल 15 सदस्य। प्राइमरी हेल्थ सेंटर तुसीं इहदे च मोटी चीज़ जिहड़ी याद रखनी है कि 30 ਜਿਹੜੇ मैदानी क्षेत्र हैगे ने उत्थे 30,000 ਦੀ ਆਬਾਦੀ ਦੇ ਤੇ ਪਹਾੜੀ ਖੇਤਰਾਂ ਦੇ ਵਿੱਚ 20,000 ਦੀ ਆਬਾਦੀ ਦੇ ਉੱਤੇ ਇੱਕ ਪ੍ਰਾਥਮਿਕ ਸੈਂਟਰ ਜਿਹੜਾ ਹੈਗਾ ਉਹ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਹੈ ਸਮੁਦਾਇ स्वास्थ्य केंद्र, कम्युनिटी हेल्थ सेंटर CHC। प्राथमिक स्वास्थ्य केंद्रों का स्तर बढ़ाकर 30 जून 1996 को 24 समुदाय स्वास्थ्य केंद्रों की स्थापना की गई। प्रत्येक समुदाय स्वास्थ्य केंद्र 30 बिस्तर शल्य क्रिया विशेषज्ञ, होना की हुंदा शल्य क्रिया विशेषज्ञ सर्जन, ठीक है, ਜਿਹੜੇ ਚੀਰਫਾੜ ਕਰਦੇ ਆ सर्जन, ऑपरेशन करते ਜਿਹੜੇ शल्य क्रिया, औषधि, नसबंदी और स्त्री रोग विशेषज्ञ, बाल रोग विशेषज्ञ, एक्सरे तथा प्रयोगशाला की सुविधा के साथ 80,000 से 1,20,000 की आबादी के रोगियों के लिए
स्थापित किए गए। इसके साथ ही यह स्वास्थ्य संबंधी रोकथाम और स्वास्थ्य देखभाल के प्रोत्साहन संबंधी पक्षों को भी अपने में समाहित करता है। ਹੁਣ ਆ ਇਹਦੇ ਜਿਹੜੇ ਅਧਿਕਾਰੀ ਹੈਗੇ ਨੇ ਉਹਦਾ ਦਿੱਤਾ ਹੋਇਆ ਹੈ, ਇਹ ਤੁਸੀਂ ਪੜ੍ਹ ਲੈਣਾ। ਪੰਜਵੇਂ नंबर ਤੇ ਆਉਂਦੇ अस्पताल। प्राथमिक स्वास्थ्य केंद्रों के अतिरिक्त सरकारी क्षेत्र की स्वास्थ्य सेवाओं में वर्तमान संगठन के ग्रामीण अस्पताल, जिला अस्पताल, विशेष अस्पताल और शिक्षण संस्थान शामिल हैं। शिक्षण संस्थान ਕਿਹੜੇ ਹੁੰਦੇ ਆ? ਜਿਵੇਂ ਡੀਐਮਸੀ ਹੈ, ਜਿਵੇਂ ਪੀਜੀਆਈ ਹੈ, ਪੋਸਟ ਗ੍ਰੈਜੂਏਸ਼ਨ ਇੰਸਟੀਚਿਊਟ, ਠੀਕ ਹੈ। ਡੀਐਮਸੀ ਦयानंद ਮੈਡੀਕਲ ਕਾਲਜ ਐਂਡ ਹਸਪੀਟਲ, ਨਾਲ ਐਚ ਵੀ ਹੈਗੀ ਉਹਦੇ। ਡੀਐਮਸੀ दयानंद मेडिकल कॉलेज एंड हॉस्पिटल। जीपीएच की आ लाइन नहीं आप लिखनी, ठीक है जी। अपना ये चैप्टर पूरा हो गया पहला। ये पॉइंट थोड़ा जिहा क्योंकि टैक्नीकल है, जिन्नी की गल हैगी उन्नी क अपन लिखनी पैनी है। एक मोटी याद रखनी जी चीज़ याद रखनी है, प्राथमिक पीएचसी किन्ने ते बनाए ने? 30,000 ਦੀ ਆਬਾਦੀ ਤੇ ਮੈਦਾਨੀ ਇਲਾਕੇ ਦੇ ਵਿੱਚ, 20,000 ਦੀ ਆਬਾਦੀ ਦੇ ਉੱਤੇ ਪਹਾੜੀ ਖੇਤਰਾਂ ਦੇ ਵਿੱਚ। ਤੇ ਜਿਹੜੇ ਕਮਿਊਨਿਟੀ ਹੈਲਥ ਸੈਂਟਰ ਨੇ ਉਹ ਕਿੰਨੇ ਤੇ ਬਣਾਏ ਜਾਂਦੇ? 80,000 ਤੋਂ ਲੈ ਕੇ 1,20,000 ਦੀ ਆਬਾਦੀ ਤੱਕ ਦੇ ਏਰੀਆਜ਼ ਦੇ ਵਿੱਚ। ਬਾਕੀ ਤੁਸੀਂ ਮਾੜਾ ਮੋਟਾ ਬਣਾ ਕੇ ਵੀ ਲਿਖ ਸਕਦੇ ਹੋ, ਇਹ ਚੀਜ਼ਾਂ ਯਾਦ ਰੱਖ ਲੈਣੀਆਂ। ਠੀਕ ਹੈ ਜੀ, ਆਪਣਾ ਪਹਿਲਾ ਚੈਪਟਰ ਕੰਪਲੀਟ ਹੋ ਗਿਆ। ਕੱਲ ਆਪਾਂ ਅਗਲਾ ਚੈਪਟਰ ਸਟਾਰਟ ਕਰਾਂਗੇ ਔਰ ਇਹਦੇ ਨਾਲ ਨਾਲ ਤੁਸੀਂ ਇਹਦੇ ਚੋਂ ਹੁਣ ਮੈਂ ਤੁਹਾਨੂੰ ਨੋਟ ਕਰਵਾ ਦਿਆਂ ਇੱਕ ਵਾਰੀ ਰੀਡਿੰਗ ਕਰਨ ਵਾਸਤੇ। दूसरे चैप्टर ਦਾ ਪਹਿਲਾ ਪ੍ਰਸ਼ਨ, दूसरा प्रश्न, चौथा